ਮੰਤਰ ਹੈਗਾ ਗੁਰਪ੍ਰਸਾਦ ਤੱਕ। ਕੋਈ ਕਹਿੰਦਾ ਆਦ ਸੱਚ ਜੁਗਾਦ ਸੱਚ ਹੈ ਵੀ ਜੱਟ ਵਿੱਚ, ਤੇ ਇਸ ਨੂੰ ਮੂਲ ਮੰਤਰ ਨਹੀਂ ਕਹਿ ਸਕਦੇ, ਕਿਉਂਕਿ ਜਿੰਨੇ ਵੀ ਮੰਤਰ ਆ ਬਾਣੀ ਚ ਉਹ ਸਾਰੇ ਉਹ ਨਾਮ ਮੰਤਰ ਹੀ ਆ, ਨਾਮ ਹੀ ਹੈ। ਨਮੋ ਮੰਤਰ ਮੰਤਰੇ, ਨਮੋ ਜੰਤਰ ਜੰਤਰੇ, ਨਮੋ ਇਸ਼ਟੇ, ਨਮੋ ਤੰਤਰੇ। ਸੋ 10ਵੇਂ ਪਾਤਸ਼ਾਹ ਕਹਿੰਦੇ ਨਾਮ ਹੀ ਹੈ ਮੰਤਰ, ਹੋਰ ਸਾਡਾ ਕੋਈ ਮੰਤਰ ਨਹੀਂ ਹੈਗਾ। ਉਹ ਮੰਤਰ ਨਾਮ ਆ, ਜਾਂ ਜਿਹਨੂੰ ਅਸੀਂ ਸ਼ਬਦ ਵੀ ਕਹਿ ਦਿੰਦੇ ਆ ਜਾਂ ਅੱਖਰ ਕਹਿ ਸਕਦੇ ਆ। ਅਸੀਂ ਉਹ ਪਹਿਲੇ ਅੱਖਰ ਤੱਕ ਉਪੜਨਾ, ਉਹਦੇ ਮੰਤਰ ਤੱਕ ਉਪੜਨਾ। ਤਾਂ ਮੰਤਰ ਕੀ ਹੁੰਦਾ? ਬਸ ਕਰਨ ਵਾਸਤੇ। ਫੇਰ ਹੀ ਅਸੀਂ ਪ੍ਰਭੂ ਨੂੰ ਬਸ ਕਰ ਸਕਦੇ ਹਾਂ। ਤਾਂ ਮੂਲ ਮੰਤਰ ਤਾਂ ਬਾਣੀ ਚ ਲਿਖਿਆ, ਮੂਲ ਮੰਤਰ ਹਰ ਨਾਮ ਰਸੈਨ, ਕਿ ਉਹਦਾ ਨਾਮ ਰਸੈਨ ਜਾਂ ਉਹਦਾ ਸ਼ਬਦ ਉਹੀ ਮੂਲ ਮੰਤਰ ਹੈਗਾ। ਉਹਦੇ ਨਾਲ ਹੀ ਅਸੀਂ ਮੂਲ ਨੂੰ, ਪ੍ਰਮਾਤਮਾ ਨੂੰ ਲੱਭ ਸਕਦੇ ਹਾਂ। ਜਾਂ ਕਈ ਵਾਹਿਗੁਰੂ ਨੂੰ ਗੁਰਮੰਤਰ ਵੀ ਕਹਿੰਦੇ ਆ, ਤਾਂ ਗੁਰਮੰਤਰ ਵੀ ਹੈ। ਗੁਰਮੰਤਰ ਹਿਰਦੇ ਚਿਤਾਰ, ਤਾਂ ਹਿਰਦੇ ਵਿੱਚ ਤਾਂ ਨਾਮ ਹੀ ਚਿਤਾਰਿਆ ਜਾ ਸਕਦਾ। ਸੋ ਇਸ ਕਰਕੇ ਜਿੰਨੇ ਵੀ ਮੰਤਰ, ਜਿੱਥੇ ਵੀ ਲਫ਼ਜ਼ ਆਉਂਦਾ, ਉਹ ਨਾਮ ਮੰਤਰ ਹੀ ਹੁੰਦਾ ਗਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਜਿਹੜਾ ਜਪ ਲਿਖਿਆ ਨਾ ਦੋਨੋਂ ਡੰਡੀਆਂ, ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਅੱਖਰਾਂ ਦੇ ਵਿੱਚ ਜਪ, ਮਤਲਬ ਜਪਣਾ। ਉਹਨੂੰ ਜਪਣਾ ਵੀ ਬਾਣੀ ਵਿੱਚ ਐਕਚੁਅਲੀ ਉਹ ਸ਼ਬਦ ਨੂੰ ਹੀ ਜਪਣਾ। ਅਸੀਂ ਉਹ ਜਿੰਨਾ ਚਿਰ ਸਾਨੂੰ ਉਹ ਪ੍ਰਮਾਤਮਾ ਦਾ ਸ਼ਬਦ ਨਾਮ ਉਹ ਨਹੀਂ ਮਿਲਦਾ ਗਾ, ਉਸ ਤੋਂ ਬਾਅਦ ਹੀ ਅਸੀਂ ਜਪਣਾ ਹੁੰਦਾ ਜਾਂ ਭਗਤੀ ਕਰਨੀ ਹੁੰਦੀ ਆ, ਫੇਰ ਹੀ ਪ੍ਰਮਾਤਮਾ ਨੂੰ ਮਿਲ ਸਕਦੇ ਆ। ਵੈਸੇ ਇਹ ਤ੍ਰੈ ਗੁਣੀ ਵਿੱਚ ਵੀ ਜਿਹੜਾ ਕੀਰਤਮ ਨਾਮ ਆ, ਉੱਥੋਂ ਅਸੀਂ ਮਤਲਬ ਸਿੱਖ ਸੰਗਤ ਸਟਾਰਟ ਕਰਦੀ ਆ, ਜਿਵੇਂ ਵਾਹਿਗੁਰੂ ਜਾਂ ਅੱਲਾ ਜਾਂ ਰਾਮ, ਜਾਨੀ ਉਹ ਇੱਕ ਅੱਖਰ ਹੀ ਹੁੰਦਾ। ਇਹ ਵੀ ਹੁਣ ਇਹ ਜਿਹੜੇ 12 ਅੱਖਰ ਉੱਪਰ ਲਿਖਿਆ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ, ਇੰਨਾ ਲੰਬਾ ਮੂਲ ਮੰਤਰ ਨਹੀਂ ਹੋ ਸਕਦਾ। ਤਾਂ ਮੰਤਰ ਦਾ ਇੱਕ ਸ਼ਬਦ ਦਾ ਹੀ ਹੋਊਗਾ, ਜੋ ਇੱਕੇ ਵਾਰੀ ਬੋਲਿਆ ਜਾਵੇ, ਚਾਹੇ 2 ਅੱਖਰਾਂ ਦਾ ਹੋਵੇ, ਚਾਹੇ 3 ਦਾ, 4 ਦਾ ਹੋਵੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਇਸ ਨੂੰ ਵਿਚਾਰਿਆ। ਤੇ ਹਾਂਜੀ ਵੀਰ ਜੀ, ਹੁਣ ਸ਼ੁਰੂ ਕਰੀਏ ਜੀ ਅੱਗੇ ਬਾਣੀ। ਹਾਂਜੀ ਹਾਂਜੀ, ਸ਼ੁਰੂ ਕਰੋ ਜੀ। ਹਾਂਜੀ ਸੰਗਤ ਜੀ, ਹੁਣ ਆਪਾਂ ਇਹ ਅਗਲਾ ਸ਼ਬਦ ਵਿਚਾਰਦੇ ਹਾਂ। ਇਹ ਮੰਗਲਾਚਰਨ ਤੋਂ ਬਾਅਦ, ਕਿਉਂਕਿ ਪਹਿਲੇ ਸ਼ਬਦ ਜਿਹੜੇ ਉਹ ਵੀ ਕਰ ਦੋ ਉਹਦੇ ਵਿੱਚ, ਤੇ ਇਹ ਬਾਣੀ ਵੀ ਕਰ ਦੋ ਉਹਦੇ ਵਿੱਚ ਹੀ, ਇਹ ਸ਼ਬਦ ਵੀ 2 ਦੇ ਘਰ ਵਿੱਚ ਹੀ ਆ। ਕਿਉਂਕਿ ਇੱਕ ਵਾਰੀ ਸ਼ੁਰੂ ਚ ਲਿਖਿਆ ਹੁੰਦਾ, ਇੱਕ ਵਾਰੀ ਲਿਖਤਾ ਕਰ ਦੋ ਉਹਦੀ ਬਾਣੀ। ਤਾਂ ਜਿੰਨੇ ਸ਼ਬਦ ਆਉਣਗੇ, ਅਗਰ ਉਹਨਾਂ ਚ ਘਰ ਨਹੀਂ ਲਿਖਿਆ, ਇਹਦਾ ਮਤਲਬ ਇਹ ਵੀ ਦੂਸਰੇ ਘਰ ਚ ਆ। 2 ਘਰ ਦਾ ਮਤਲਬ ਅਸੀਂ ਜਿਹੜੀ ਤੁਕ ਹੁੰਦੀ ਆ, ਉਸਨੂੰ 2 ਹਿੱਸਿਆਂ ਵਿੱਚ ਵੰਡਣਾ, ਕਿਉਂਕਿ ਉਹ ਅਸੀਂ ਘਰ ਦਾ ਸਾਨੂੰ ਗਿਆਨ ਹੋ ਜਾਏ, ਫਿਰ ਸਾਨੂੰ ਬਾਣੀ ਸਮਝਣ ਵਿੱਚ ਤੇ ਪੜ੍ਹਨ ਦੇ ਵਿੱਚ ਉਹ ਸਹੂਲਤ ਮਿਲ ਜਾਂਦੀ ਆ। ਜਿਵੇਂ 2 ਘਰ ਦਾ ਮਤਲਬ ਅਸੀਂ ਇਹਨੂੰ 2 ਹਿੱਸਿਆਂ ਚ ਵੰਡਣਾ। ਸੋ ਪਹਿਲੀ ਤੁਕ ਹੈ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ। ਤਾਂ ਬਹੁ ਪ੍ਰਪੰਚ ਕਰ ਇਹਦਾ ਇੱਕ ਹਿੱਸਾ ਹੋ ਗਿਆ, ਪਰ ਧਨ ਲਿਆਵੇ ਦੂਸਰਾ ਹਿੱਸਾ। ਸੁਤ ਦਾਰਾ ਪੈ ਆਨ ਲਟਾਵੇ, ਸੁਤ ਦਾਰਾ ਇੱਕ ਹਿੱਸਾ ਹੋ ਗਿਆ, ਪੈ ਆਨ ਲਟਾਵੇ। ਤਾਂ ਇਸ ਤਰ੍ਹਾਂ ਅਸੀਂ ਬਾਣੀ ਪੜ੍ਹੀ ਜਾਂਦੀ ਆ, ਵਿਚਾਰੀ ਜਾਂਦੀ ਆ। ਸੋ ਇਹਦੇ ਚ ਪਹਿਲੇ ਪਦੇ ਚ ਕਬੀਰ ਜੀ ਕੀ ਕਹਿ ਰਹੇ ਆ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ। ਪ੍ਰਪੰਚ ਦਾ ਮਤਲਬ ਝੂਠ, ਫਰੇਬ, ਚਲਾਕੀ। ਪਰ ਧਨ ਲਿਆਵੇ ਯਾਨੀ ਪਰਾਇਆ ਧਨ, ਜਿਹਦਾ ਤੁਹਾਡਾ ਨਹੀਂ ਹੈ, ਤੁਹਾਡਾ ਹੱਕ ਨਹੀਂ ਹੈਗਾ, ਉਹ ਪਰ ਧਨ। ਤਾਂ ਪਰ ਧਨ ਜਦੋਂ ਠੱਗੀ ਚੋਰੀ ਕਰਨੀ ਆ, ਰਿਸ਼ਵਤ ਲੈਣੀ ਆ, ਉਹ ਪਰ ਧਨ। ਤਾਂ ਉਹ ਸੌਖਾ ਤਾਂ ਹੈ ਨਹੀਂ, ਉਹਦੇ ਵਾਸਤੇ ਬਹੁਤ ਸਾਰੇ ਪ੍ਰਪੰਚ ਕਰਨੇ ਪੈਂਦੇ ਆ, ਚਲਾਕੀਆਂ ਕਰਨੀਆਂ ਪੈਂਦੀਆਂ। ਉਹ ਕਰਕੇ ਕਹਿੰਦੇ ਆ ਕਿ ਜੋ ਆਦਮੀ ਆ ਠੱਗੀਆਂ ਚੋਰੀਆਂ ਕਰਕੇ, ਰਿਸ਼ਵਤ, ਉਹ ਪਰਾਇਆ ਧਨ ਘਰੇ ਲਿਆਉਂਦਾ। ਘਰੇ ਕੀ ਕਰਦਾ? ਸੁਤ ਦਾਰਾ ਪੈ ਆਨ ਲਟਾਵੇ।
ਸੁੱਤ ਕਹਿੰਦੇ ਆ ਸੰਗਤ ਜੀ, ਮਤਲਬ ਪੁੱਤਰ ਨੂੰ ਵੀ ਧੀ ਨੂੰ ਵੀ ਸੁੱਤ ਕਹਿੰਦੇ ਆ। ਸਿਮਰਤ ਦ੍ਰੋਪਦ ਸੁੱਤ ਉਦਰੀ, ਦ੍ਰੋਪਦ ਦੀ ਪੁੱਤਰੀ ਦ੍ਰੋਪਦ ਰਾਜਾ ਦੀ ਪੁੱਤਰੀ ਦ੍ਰੋਪਦੀ, ਉਹ ਸਿਮਰਨ ਕਰਕੇ ਪ੍ਰਭੂ ਦਾ ਨਾਮ ਸਿਮਰਨ ਕਰਕੇ ਉਧਰ ਗਈ। ਸੋ ਉਹ ਜੋ ਪਰਾਇਆ ਧਨ ਲਿਆਉਂਦਾ ਇਨਸਾਨ ਘਰੇ, ਉਸ ਨੂੰ ਆਪਦੇ ਬੱਚਿਆਂ ਵਾਸਤੇ ਤੇ ਆਪਦੇ ਘਰ ਵਾਲੀ ਵਾਸਤੇ ਉਹਨਾਂ ਨੂੰ ਉਹ ਲਟਾ ਹੀ ਦਿੰਦਾ ਗਾ, ਕਿਉਂਕਿ ਉਹਦਾ ਹਿਸਾਬ ਕਿਤਾਬ ਕੋਈ ਨਹੀਂ। ਉਹ ਫਿਰ ਆਪਣੀ ਮਨਮਰਜ਼ੀ ਨਾਲ ਆਪਣੀਆਂ ਰੰਗ ਰਲੀਆਂ ਘਰੇ ਮਾਣਦੇ ਆ। ਤੇ ਅਗਲਾ ਹੈਗਾ ਰਹਾਉ ਦਾ ਪਤਾ। ਰਹਾਉ ਵਿੱਚ ਕਬੀਰ ਜੀ ਕੀ ਕਹਿ ਰਹੇ ਆ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੇ। ਤੋ ਰਹਾਉ ਦੇ ਵਿੱਚ ਕੀ ਇਹਦਾ ਮਤਲਬ ਮੇਨ ਸਿੱਟਾ ਕੀ ਆ? ਮਨ ਵਾਸਤੇ ਗਿਆਨ ਆ ਸਾਰਾ, ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆ ਵੀ ਇਹ ਮੇਰੇ ਭੁੱਲਿਆ ਮਨਾ ਕਪਟ ਨਾ ਕੀਜਾ, ਤੂੰ ਇਹੋ ਜਿਹਾ ਕੰਮ ਨਾ ਕਰ, ਕਪਟ ਨਾ ਕਰ, ਧੋਖਾ ਨਾ ਕਰ। ਇਹ ਜਿਹੜਾ ਤੂੰ ਠੱਗੀ ਚੋਰੀ ਕਰਕੇ ਪਰਾਇਆ ਮਾਲ ਘਰੇ ਲੈ ਕੇ ਆਉਣਾ, ਇਹ ਬਹੁਤ ਵੱਡਾ ਕਪਟ ਆ। ਇਹ ਕਿਸੇ ਨਾਲ ਨਹੀਂ, ਤੂੰ ਆਪਦੇ ਨਾਲ ਹੀ ਕਪਟ ਕਰਦਾ ਵੀ ਇਹ ਨਾ ਕਰ। ਅੰਤ ਨਵੇਰਾ ਤੇਰੇ ਜੀ ਪਹਿਲੀ ਜੇ, ਕਿਉਂਕਿ ਇਹਦਾ ਧੀ ਪੁੱਤ ਜਾਂ ਘਰ ਵਾਲੀ ਉਹਨਾਂ ਨੇ ਇਹਦਾ ਜੋ ਬੀਜ ਰਿਹਾ, ਤੂੰ ਠੱਗੀ ਧੋਖੀ ਕਪਟ ਕਰ ਰਿਹਾ, ਇਹਦਾ ਜੋ ਫਲ ਮਿਲਣਾ ਉਹ ਉਹਨਾਂ ਨੂੰ ਨਹੀਂ ਮਿਲਣਾ, ਉਹ ਤੈਨੂੰ ਮਿਲਣਾ। ਅੰਤ ਨਵੇਰਾ, ਜਦੋਂ ਅੰਤ ਵੇਲਾ ਆਊਗਾ ਉਦੋਂ ਤੈਥੋਂ ਇਹ ਜਿਹੜੇ ਤੇਰੇ ਬੁਰੇ ਕਰਮ ਆ ਇਹਨਾਂ ਦਾ ਹਿਸਾਬ ਲਿਆ ਜਾਏਗਾ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਣੀ, ਜਿਹੜਾ ਵੀ ਤੇਰੇ ਮਨ ਚ ਜਿਹੜੀ ਵਾਸਨਾ ਚ ਵੀ ਲੱਗਿਆ ਹੋਇਆ, ਝੂਠ ਤੂਫਾਨ ਕਪਟ ਪਰ ਧਨ, ਉਹਦਾ ਜੋ ਵੀ ਹਿਸਾਬ ਆ ਅੰਤ ਵੇਲੇ ਇਹ ਤੇਰਾ ਜੀ ਆ, ਉਹਨੂੰ ਇਹਦਾ ਲੇਖਾ ਦੇਣਾ ਪੈਣਾ। ਲੇਖੇ ਤੋਂ ਮਤਲਬ ਤੂੰ ਛੁੱਟ ਨਹੀਂ ਸਕਦਾ, ਤੈਨੂੰ ਦੇਣਾ ਪੈਣਾ। ਇਸ ਕਰਕੇ ਗੁਰੂ ਜੀ ਇਹਦੇ ਚ ਕਬੀਰ ਜੀ ਉਪਦੇਸ਼ ਦੇ ਰਹੇ ਆ ਵੀ ਤੂੰ ਇਹ ਜਿਹਾ ਕੰਮ ਨਾ ਕਰ ਜਿਹਦਾ ਤੈਨੂੰ ਬਾਅਦ ਚ ਸਜ਼ਾ ਮਿਲੇ। ਤੋ ਇਹ ਗਿਆਨ ਦੇ ਰਹੇ ਆ। ਤੋ ਇਹ ਪਹਿਲਾ ਪਤਾ ਕੀਤਾ ਆਪਾਂ ਤੇ ਰਹਾਉ ਸਾਹਿਬ ਰਹਾਉ ਕੀਤਾ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ। ਆਵਾਜ਼ ਨਹੀਂ ਆ ਰਹੀ ਜੀ? ਹਾਂਜੀ ਸੰਗਤ ਜੀ, ਆਵਾਜ਼ ਨਹੀਂ ਆ ਰਹੀ? ਵੀਰ ਜੀ ਗੁਰਖੀ ਵੀਰ ਜੀ, ਮੇਰੇ ਖਿਆਲ ਆ ਰਹੀ ਹੈ ਗੁਰਖੀ ਵੀਰ ਜੀ? ਆ ਰਹੀ ਹੈ, ਆਵਾਜ਼ ਆ ਰਹੀ ਹੈ। ਆਵਾਜ਼ ਤਾਂ ਆ ਰਹੀ ਵੈਸੇ, ਸੰਗਤ ਜੀ ਨੂੰ ਆਵਾਜ਼ ਆ ਰਹੀ ਹੈ? ਸਾਰਿਆਂ ਨੂੰ ਆਵਾਜ਼ ਆ ਰਹੀ ਵੈਸੇ ਆ ਰਹੀ ਜਿੰਨੀ ਮਤਲਬ ਵਿਚਾਰ ਕੀਤੀ ਹੈ ਸਾਰਿਆਂ ਨੇ। ਹਾਂਜੀ 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 ਆ ਰਹੀ ਹੈ ਜੀ ਗੁਰਸਰਨ ਜੀ, ਆ ਰਹੀ ਆ। ਉਹ ਮੈਨੂੰ ਲੱਗਦਾ ਵੀ ਉਹਨਾਂ ਦਾ ਕੱਟ ਗਿਆ, ਨਾਲੋਂ ਨੈਕਸਟ ਨਹੀਂ ਕੱਟ ਗਿਆ। ਚਲੋ ਵੇਟ ਕਰ ਲੈਨੇ ਆ 1 ਮਿੰਟ, ਨਹੀਂ ਫਿਰ ਆਪਾਂ ਗਾਹਾਂ ਵਿਚਾਰ ਕਰ ਲਾਂਗੇ। ਹਾਂਜੀ 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 ਗਿਲ ਸਾਹਿਬ, ਹੋ ਗਿਆ ਸਮਾਪਤੀ? ਹਾਂਜੀ ਹਾਂਜੀ, ਆਵਾਜ਼ ਨਹੀਂ ਸੀ ਆ ਰਹੀ ਤੁਹਾਡੀ ਜੀ। ਹਾਂ ਠੀਕ ਹੈ, ਕੋਈ ਨਹੀਂ, ਉਹ ਕੋਈ ਗੱਲ ਨਹੀਂ। ਆ ਤੁਕ ਦੁਬਾਰਾ ਬੋਲੋ। ਬਹੁ ਪਰਪੰਚ ਕਰ ਧਨ ਪਰ ਧਨ ਲਿਆਵੇ। ਆ ਸਾਧ ਸੰਗਤ ਜੀ ਦੇਖ ਲਓ, ਇਹ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ, ਮਨੁੱਖ ਦੀ ਜਿਹੜੀ ਅਵਸਥਾ ਹੈ ਉਹਦੇ ਬਾਰੇ ਦੱਸ ਰਹੀ ਹੈ ਕਿ ਮਨੁੱਖ ਬੜੇ ਤਰੀਕਿਆਂ ਦੇ ਨਾਲ ਬੜੀ ਕੋਸ਼ਿਸ਼ ਕਰਦਾ ਹੈ। ਔਰ ਖਾਸ ਕਰਕੇ ਤੁਸੀਂ ਦੇਖੋਗੇ ਨਾ, ਕਿਸੇ ਬੰਦੇ ਨੂੰ ਨੌਕਰੀ ਮਿਲ ਜੇ ਨਾ, ਪਹਿਲੀ ਗੱਲ ਤੇ ਨੌਕਰੀ ਮਿਲਦੀ ਨਹੀਂ ਬੰਦਿਆਂ ਨੂੰ। ਜ਼ਿਆਦਾ ਲੋਕਾਂ ਨੂੰ ਕਿੱਥੇ ਨੌਕਰੀ, ਬਹੁਤ 10-15% ਲੋਕਾਂ ਕੋਲ ਨੌਕਰੀ ਹੋਊਗੀ। 60-70-80% ਤੇ ਲੋਕ ਆਮ ਹੀ ਪ੍ਰਾਈਵੇਟ ਜੌਬ ਹੀ ਕਰਦੇ। ਹੁਣ ਇੱਥੇ ਵੇਖੋ, ਹੁਣ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਔਰ ਉਦੋਂ ਕਿਨੇ ਨੱਕ ਜੋ ਰਗੜਦਾ ਹੈ ਪ੍ਰਮਾਤਮਾ ਦੇ ਗਾੜੀ ਕਿ ਮੇਰੇ ਪਿਤਾ ਮੈਨੂੰ ਨੌਕਰੀ ਮਿਲ ਗਈ। ਫਿਰ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿਸੇ ਤਰੀਕੇ ਨਾਲ ਇਹ ਤਨਖਾਹ ਤੋਂ ਇਲਾਵਾ ਹੋਰ ਪੈਸੇ ਇਕੱਠੇ ਕੀਤੇ ਜਾਣ।
ਉਹਨੂੰ ਸੰਤੁਸ਼ਟੀ ਨਹੀਂ ਮਿਲਦੀ। 40-50 ਹਜ਼ਾਰ ਰੁਪਇਆ ਇੱਕ ਸਮਾਂ ਸੀ, 40-50 ਹਜ਼ਾਰ ਉਹਦੇ ਲਈ ਇੱਕ ਸੁਪਨਾ ਸੀ। ਉਹਦੇ ਲਈ ਇੱਕ ਸੁਪਨਾ ਸੀ ਕਿ ਹਾਂ ਬਈ ਇਹ ਮੈਨੂੰ ਨੌਕਰੀ ਮਿਲ ਜੇ ਤੇ ਮੇਰਾ ਜੀਵਨ ਬੜਾ ਵਧੀਆ ਹੋ ਜੇ। ਪਰ ਜਦੋਂ ਨੌਕਰੀ ਮਿਲ ਜਾਂਦੀ ਹੈ ਫਿਰ ਕਹਿੰਦੇ ਥੋੜੇ ਆ, ਫਿਰ ਪ੍ਰਪੰਚ ਕਰਦਾ ਹੈ। ਪ੍ਰਪੰਚ ਦਾ ਮਤਲਬ ਗਲਤ ਤਰੀਕੇ, ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਇਕੱਠਾ ਕਰਦਾ ਹੈ ਤੇ ਘਰ ਲਈ ਜਾਂਦਾ ਹੈ। ਅਸਲ ਦੇ ਵਿੱਚ ਜਿਹੜਾ ਪੈਸਾ ਘਰ ਖੜਦਾ ਨਾ, ਉਹਦੇ ਪਿੱਛੇ ਹੁੰਦਾ ਮੋਹ। ਔਲਾਦ ਦਾ ਮੋਹ ਬੜਾ ਪਾਵਰਫੁਲ ਹੁੰਦਾ ਹੈ। ਪ੍ਰਕਿਰਤੀ ਇਹਦੇ ਬੇਸ ਤੇ ਜੀਵ ਨੂੰ ਆਪਣੇ ਨਾਲ ਬੰਨ ਕੇ ਰੱਖਦੀ ਹੈ। ਉਹਦਾ ਜੀਵ ਨੂੰ ਬੰਨਣਾ ਬਹੁਤ ਔਖਾ ਹੈ। ਦੇਖੋ ਮੱਛੀ ਨੂੰ ਫੜਨ ਦੇ ਲਈ ਕੁੰਡੀ ਚਾਹੀਦੀ ਹੈ, ਤੇ ਇਹ ਜਿਹੜਾ ਇੰਦਰ ਜਾਲ ਆ, ਇੰਦਰੀਆਂ ਦਾ ਜਾਲ ਤੇ ਪਲੱਸ ਮੋਹ ਆ, ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਬੜੇ ਪਾਵਰਫੁਲ ਆ। ਇੰਦਰੀਆਂ ਨੂੰ ਬੜੀ ਛੇਤੀ ਪ੍ਰਭਾਵਿਤ ਕਰਦੇ, ਫਿਰ ਕਰਦੇ ਪ੍ਰਪੰਚ ਕਰਕੇ ਕਿਸੇ ਗਲਤ ਤਰੀਕੇ ਨਾਲ ਉਹ ਪੈਸਾ ਘਰੇ ਲਈ ਜਾਂਦਾ। ਹੁਣ ਆਪ ਜੀ ਸਾਰੇ ਸਿਆਣੇ ਜੋ ਸਮਝਦੇ, ਜੋ ਜੇਕਰ ਮੈਂ ਰੋਟੀ ਖਾਧੀ ਆ, ਉਹ ਮੇਰੇ ਢਿੱਡ 'ਚ ਜਾਣੀ ਆ, ਤੁਸੀਂ ਖਾਓਗੇ ਤੁਹਾਡੇ ਢਿੱਡ 'ਚ ਜਾਊਗੀ। ਇਸੇ ਹੀ ਤਰ੍ਹਾਂ ਜਿਹੜਾ ਕਰਮ ਆਪਾਂ ਕਰਦੇ ਆ ਉਹਦੇ ਲਈ ਖੁਦ ਹੀ ਜ਼ਿੰਮੇਵਾਰ ਆ। ਆਪ ਜੋ ਵੀ ਕੰਮ ਕਰਦੇ ਜੋ ਜੀਵਨ 'ਚ, ਉਹਨੇ ਸੰਸਕਾਰ ਨੂੰ ਪੈਦਾ ਕਰਨਾ ਹੈ। ਕਿਸੇ ਵੀ ਤਰੀਕੇ ਨਾਲ ਸੰਸਕਾਰਾਂ ਨੂੰ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਇਹ ਪ੍ਰਕਿਰਤੀ ਦਾ ਨਿਯਮ ਹੈ। ਪ੍ਰਕਿਰਤੀ 'ਚ ਤੁਸੀਂ ਦੇਖੋ ਦੋ ਕਿਸਮ ਦੇ ਕੰਮ ਨੇ, ਇੱਕ ਚੰਗਾ ਕੰਮ ਹੈ ਤੇ ਇੱਕ ਮਾੜਾ ਕੰਮ ਹੈ। ਹੁਣ ਇੱਥੋਂ ਤੱਕ ਜੇ ਤੁਸੀਂ ਬੇਈਮਾਨੀ ਨਹੀਂ ਵੀ ਕਰਦੇ ਨਾ, ਫਿਰ ਵੀ ਉਹ ਇੱਕ ਸੰਸਕਾਰ ਪੈਦਾ ਹੋਣਾ ਹੈ। ਸੰਸਕਾਰ ਜਿਹੜਾ ਤੁਸੀਂ ਕਿਸੇ ਲੈਵਲ ਤੇ ਦੇਖੋ, ਤੁਹਾਡੇ ਮਨ ਦੀ ਸਥਿਤੀ ਕਿੱਦਾਂ ਦੀ ਹੈ, ਤੁਸੀਂ ਉਸ ਲੈਵਲ ਤੇ ਕੰਮ ਕਰਨਾ ਹੈ। ਇੱਥੋਂ ਤੱਕ ਕਿ ਧਾਰਮਿਕ ਕਰਮ ਆਪਾਂ ਜਿਹੜਾ ਕਰਦੇ ਹਾਂ ਉਹ ਵੀ ਸੰਸਕਾਰ ਪੈਦਾ ਕਰ ਦਿੰਦਾ। ਜੇਕਰ ਤੁਸੀਂ ਹਉਮੈ ਦੀ ਬਿਰਤੀ ਦੇ ਨਾਲ ਦਾਨ ਕਰਤਾ ਜਾਂ ਕੋਈ ਚੀਜ਼ ਬਣਾਤੀ, ਉਹਨੇ ਵੀ ਸੰਸਕਾਰ ਨੂੰ ਪੈਦਾ ਕਰ ਦੇਣਾ। ਸੋ ਇਸ ਕਰਕੇ ਇਹ ਚੀਜ਼ ਨੂੰ ਆਪਾਂ ਸਮਝਣ ਦੀ ਲੋੜ ਆ। ਆਪਾਂ ਨੂੰ ਕੋਈ ਵੀ ਕੰਮ ਆਪਾਂ ਕਰਦੇ ਹਾਂ ਉਹਦੇ ਨਾਲ ਸੰਸਕਾਰ ਪੈਦਾ ਹੋਣਾ ਹੈ। ਤੇ ਇੱਥੇ ਕਹਿੰਦੇ ਬਹੁਤ ਪ੍ਰਪੰਚ ਕਰਕੇ, ਮਤਲਬ ਕਈ ਅਜੀਬੋ ਗਰੀਬ ਕਿਸਮ ਦੇ ਤਰੀਕਿਆਂ ਦੇ ਨਾਲ ਇਨਸਾਨ ਕੀ ਕਰਦਾ ਹੈ, ਉਹਦੀ ਦੌੜ ਜਿਹੜੀ ਪੈਸੇ ਦੇ ਵੱਲ ਹੈ। ਪਰ ਪਰਾਇਆ ਧਨ ਆਪਣਾ ਨਹੀਂ, ਦੂਸਰਿਆਂ ਦਾ ਖੋਹ ਲੈਂਦਾ ਹੈ। ਕਿਸੇ ਦੇ ਕੋਲ ਜ਼ਮੀਨ ਆ, ਆਪਣਾ ਹਿੱਸਾ ਵੀ ਮਿਲਿਆ ਹੈ, ਤੁਸੀਂ ਘਰਾਂ 'ਚ ਵੇਖੋ ਕਈ ਖੋਹ ਲੈਂਦੇ ਨੇ, ਦੂਸਰੇ ਦਾ ਹਿੱਸਾ ਵੀ ਖੋਹ ਕੇ ਲੈ ਆਉਂਦੇ ਨੇ ਆਪਣੇ ਬੱਚਿਆਂ ਵਾਸਤੇ। ਪਰ ਪ੍ਰਕਿਰਤੀ ਤੇ ਉਸ ਚੀਜ਼ ਨੂੰ ਭੁੱਲਦੀ ਥੋੜੀ ਆ, ਉਹ ਤੇ ਮਹਿੰਦੀ ਪਈ ਆ। ਜਦੋਂ ਆਪਾਂ ਕਿਸੇ ਦੇ ਮੂੰਹ 'ਚ ਰੋਟੀ ਖੋਵਾਂਗੇ, ਆਪਣੇ ਬੱਚਿਆਂ ਨੂੰ ਖਵਾਵਾਂਗੇ, ਕੀ ਉਹ ਰੋਟੀ ਸਾਨੂੰ ਸੁੱਖ ਦੇਵੇਗੀ? ਨਹੀਂ, ਬਿਲਕੁਲ ਨਹੀਂ ਦੇਵੇਗੀ। ਇੱਕ ਬੰਦਾ ਇੱਥੇ ਛਾਂ 'ਚ ਖਲੋਤਾ ਹੈ, ਆਪਾਂ ਉਹਦੀ ਛੱਤ ਢਾਹ ਦਿੰਦੇ ਆ, ਉਹ ਛੱਤ ਆਪਾਂ ਆਪਣੇ ਉੱਪਰ ਪਾ ਲੈਂਦੇ ਆ, ਕਿ ਉਹਦੀ ਛਾਂ ਜਿਹੜੀ ਹੈਗੀ ਹੈ ਛੱਤ ਦੀ, ਉਹ ਆਪਾਂ ਨੂੰ ਸੁੱਖ ਦੇਵੇਗੀ? ਥੋੜਾ ਜਿਹਾ ਸੋਚਣ ਦੀ ਲੋੜ ਹੈ, ਨਹੀਂ ਦੇਵੇਗੀ। ਇਸੇ ਕਰਕੇ ਕਬੀਰ ਜੀ ਇਹ ਸਾਨੂੰ ਮਨਾ ਕਰ ਰਹੇ ਨੇ। ਹੁਣ ਕਹਿੰਦੇ ਆ ਕਿ ਘਰੇ ਲਿਆ ਕੇ ਤੂੰ ਲਟਾਉਣਾ ਹੈ ਤੇ ਤੂੰ ਸੋਚਦਾ ਨਹੀਂ ਆ ਕਿ ਤੇਰਾ ਜੀਵਨ ਜਿਹੜਾ ਹੈਗਾ ਵਾ ਉਹਦੀ ਕੀਮਤ ਬਹੁਤ ਜ਼ਿਆਦਾ ਹੈ, ਔਰ ਜਿਹੜੇ ਚੱਕਰਾਂ 'ਚ ਤੂੰ ਫਸਿਆ ਫਿਰਦਾ ਹੈ ਉਹ 'ਚ ਫਾਇਦਾ ਕੁਛ ਨਹੀਂ ਹੈਗਾ। ਤੂੰ ਮੋਹ 'ਚ ਫਸਿਆ, ਔਰ ਮੋਹ ਦੇ ਕਰਕੇ ਤੂੰ ਸਾਰੀ ਜ਼ਿੰਦਗੀ, ਤੁਸੀਂ ਦੇਖੋ ਨਾ, ਇਨਸਾਨ ਦੀ ਜਿਹੜੀ ਫਿਤਰਤ ਹੁੰਦੀ ਉਹਦੀ ਜ਼ਿੰਦਗੀ ਲੰਘ ਜਾਂਦੀ ਹੈ, ਔਰ ਫਿਰ ਜਿਨ੍ਹਾਂ ਦੇ ਲਈ ਉਹਨੇ ਇਕੱਠਾ ਕੀਤਾ ਹੁੰਦਾ ਨਾ, ਉਹ ਉਹਦੀ ਕਦਰ ਨਹੀਂ ਜਾਣਦੇ। ਕੋਈ ਵੀ ਨਹੀਂ ਜਾਣਦਾ। ਕੌਣ ਜਾਣਦਾ? ਜਿੱਦਣ ਵੀ ਉਹਨਾਂ ਦੀ ਜ਼ਰੂਰਤ ਤੁਸੀਂ ਪੂਰੀ ਕਰਨੀ ਬੰਦ ਕਰਤੀ, ਜੇ ਬੇਸ਼ੱਕ ਥੋੜੀ ਕਰਦੇ ਵੀ ਪੈ ਜਾਓ, ਤੇ ਅਗਲਿਆਂ ਨੂੰ ਕੋਈ ਕਦਰ ਹੀ ਨਹੀਂ ਹੈਗੀ, ਕਿਉਂਕਿ ਇਹ ਮਾਇਆ ਹੈ ਸੰਸਾਰ ਦੇ ਵਿੱਚ। ਆਹ ਲੋੜ ਹੈਗੀ ਆ ਤੇ ਤੁਹਾਡੇ ਨਾਲ ਉਹ ਜੁੜੇ ਨੇ। ਹੁਣ ਤੁਸੀਂ ਵੇਖੋ, ਉਹ ਮੱਝ ਆ ਜਾਂ ਗਾਂ ਆ, ਉਹਦਾ ਵੱਛਾ ਥਣ ਉਹਨਾਂ ਚਿਰ ਮੂੰਹ 'ਚ ਪਾ ਕੇ ਰੱਖਦਾ ਜਿੰਨਾ ਚਿਰ ਉੱਥੋਂ ਦੁੱਧ ਆਉਂਦਾ। ਜੇ ਦੁੱਧ ਆਉਣਾ ਬੰਦ ਹੋ ਜਾਂਦਾ, ਛੱਡ ਦਿੰਦਾ ਅਗਲਾ। ਇਸੇ ਹੀ ਤਰ੍ਹਾਂ ਸੰਸਾਰਿਕ ਜਿਹੜੇ ਰਿਸ਼ਤੇ ਹੈਗੇ ਆ, ਇਹ ਸਭ ਲੋੜਾਂ ਦੇ ਆ। ਤੁਸੀਂ ਲੋੜਾਂ ਪੂਰੀਆਂ ਕਰ ਰਹੇ ਜੋ ਤੁਹਾਡੇ ਨਾਲ ਜੁੜੇ ਨੇ, ਔਰ ਜਿੱਦਾਂ ਤੁਸੀਂ ਥੋੜੀਆਂ ਜਿਹੀ ਲੋੜਾਂ ਇਹਨਾਂ ਦੀ ਨਹੀਂ ਪੂਰੀਆਂ ਕੀਤੀਆਂ, ਇਹਨਾਂ ਦਾ ਰੰਗ ਦੇਖੋ ਤੁਸੀਂ, ਫਿਰ ਤੁਹਾਨੂੰ ਪਤਾ ਲੱਗੇਗਾ। ਕਹਿੰਦੇ ਮੇਰੇ ਮਨ ਭੂਲੇ ਕਪਟ ਨਾ ਕੀਜੇ। ਫਿਰ ਉਹ ਕਹਿ ਰਹੇ ਨੇ ਕਿ ਮੇਰੇ ਮਨ ਨੂੰ ਸਮਝਾ ਰਹੇ ਨੇ, ਕਾਹਨੂੰ ਤੂੰ ਕਪਟ ਕਰਦਾ ਪਿਆ? ਜਿਹੜੀ ਤੈਨੂੰ ਤੇਰੀ ਮਿਹਨਤ ਆ, ਤੈਨੂੰ ਉਹਦੀ ਕੀਮਤ ਮਿਲ ਰਹੀ ਆ, ਫਿਰ ਤੂੰ ਇਹ ਕਿਉਂ ਕੰਮ ਕਰ ਰਿਹਾ, ਕਪਟ ਕਰ ਰਿਹਾ? ਆਪ ਇੱਕ ਚੀਜ਼ ਨੂੰ ਨੋਟਿਸ ਕਰੋ, ਆਪ ਜਿੱਥੇ ਵੀ ਜੌਬ ਕਰਦੇ ਜੋ,
ਤੁਹਾਨੂੰ ਓਨੀ ਮਿਹਨਤ ਕਰਨੀ ਪਊਗੀ। ਜੇ ਤੁਸੀਂ 500 ਰੁਪਇਆ ਲੈ ਰਹੇ ਜੋ ਨਾ ਤੇ ਤੁਹਾਨੂੰ 500 ਰੁਪਏ ਦਾ ਕੰਮ ਕਰਨਾ ਪਊਗਾ। ਜੇ ਤੁਸੀਂ 500 ਲਿਆ ਵਾ ਤੇ 300 ਦਾ ਕੰਮ ਕਰਦੇ ਜੋ 200 ਰੁਪਇਆ ਤੁਹਾਡੇ ਤੇ ਕਰਜ਼ਾ ਚੜ ਰਿਹਾ ਵਾ ਜਾਣੇ ਅਣਜਾਣੇ ਚ। ਪ੍ਰਕਿਰਤੀ ਨਹੀਂ ਛੱਡਦੀ। ਆਪ ਨੇ ਕਿਸੇ ਦੁਕਾਨ ਤੇ ਮਾਲ ਵੇਚਿਆ ਵਾ 500 ਰੁਪਏ ਦੀ ਚੀਜ਼ ਆ, ਆਪ ਨੇ 800 ਤੇ ਵੇਚਦੀ ਆ ਧੋਖੇ ਦੇ ਨਾਲ, ਲੋੜ ਤੋਂ ਜ਼ਿਆਦਾ। ਗੁਰਸ਼ਰਨ ਸਿੰਘ ਜੀ ਮਾਈਕ ਬੰਦ ਕਰ ਦਿਓ ਪਲੀਜ਼। ਧੋਖੇ ਦੇ ਨਾਲ ਆਪ ਨੇ ਜਿਹੜੀ ਚੀਜ਼ ਦੀ ਕੀਮਤ ਆ ਉਸ ਤੋਂ ਕਈ ਗੁਣਾ ਵੱਧ ਲੈ ਲਿਆ, ਚੀਟਿੰਗ ਕੀਤੀ ਹੈ। ਜਿੱਦਾਂ ਕਰ ਹੀ ਲੈਂਦੇ ਲੋਕੀ, ਉਹ ਵੀ ਬੇਈਮਾਨੀ ਆ। ਬੇਈਮਾਨੀ ਬਹੁਤ ਵੱਡੇ ਲੈਵਲ ਤੇ ਆ। ਆਪ ਘਰੇ ਵੀ ਦੋ ਬੰਦੇ ਜੋ ਇੱਕ ਬੰਦਾ ਘੱਟ ਕੰਮ ਕਰਦਾ ਇੱਕ ਜ਼ਿਆਦਾ ਕਰਨ ਦਿਆ ਵਿਚਾਰਾ, ਤੇ ਆਪ ਜੇਕਰ ਆਪ ਆਪਣੀ ਡਿਊਟੀ ਪੂਰੀ ਨਹੀਂ ਕਰ ਰਹੇ, ਇਹ ਵੀ ਬੇਈਮਾਨੀ ਆ, ਬਿਲਕੁਲ ਬੇਈਮਾਨੀ। ਕਿਉਂਕਿ ਤੁਹਾਡਾ ਕੰਮ ਕਿਸੇ ਨੂੰ ਤਾਂ ਕਰਨਾ ਹੀ ਪੈਣਾ ਨਾ। ਆਹ ਮਜਬੂਰੀ ਹੈਗੀ, ਫਿਰ ਗੱਲ ਵੱਖਰੀ ਆ। ਤੁਸੀਂ ਜਾਣਬੁੱਝ ਕੇ ਕੰਮ ਘੱਟ ਕਰਦੇ ਪਏ ਜੋ, ਬਹਾਨਾ ਬਣਾ ਦਿੰਦੇ ਜੋ, ਤੇ ਉਹ ਵੀ ਇੱਕ ਬੇਈਮਾਨੀ। ਇਸ ਕਰਕੇ ਕਹਿੰਦੇ ਆ ਕਿ ਮੇਰੇ ਮਨ ਭੁੱਲੇ ਕਪਟ ਨਾ ਕੀਜੀਏ। ਉਹ ਕਹਿੰਦੇ ਨੇ ਕਬੀਰ ਜੀ ਨਾ, ਪਲੀਜ਼ ਇਦਾਂ ਬੇਈਮਾਨੀ ਨਾ ਕਰੋ। ਇੱਕ ਟੀਚਰ ਸਕੂਲੇ ਜਾਂਦਾ ਹੈ, ਉਹ ਤਨਖਾਹ ਲੈਂਦਾ ਹੈ। ਜੇਕਰ ਉਹ ਸਾਰਾ ਦਿਨ ਸਵੈਟਰ ਉਣ ਕੇ ਘਰ ਆ ਜਾਂਦਾ ਹੈ ਜਾਂ ਬੱਚਿਆਂ ਨੂੰ ਨਹੀਂ ਪੜਾਉਂਦਾ, ਇਹ ਵੀ ਬੇਈਮਾਨੀ ਜੋ, ਇਹ ਵੀ ਕਪਟ ਜੋ। ਪ੍ਰਕਿਰਤੀ ਦੇ ਅਧੀਨ ਇਹ ਵੀ ਇੱਕ ਔਗਣਿਆ ਪਾਪ ਹੈ। ਕਿਉਂਕਿ ਜਿਹੜੇ ਪੈਸੇ ਤੁਹਾਨੂੰ ਮਿਲੇ ਸੀ, ਤੁਸੀਂ ਉਹਦੇ ਬਦਲੇ ਆਪਣਾ ਗਿਆਨ ਬੱਚਿਆਂ ਨੂੰ ਦੇਣਾ ਸੀ, ਤੁਸੀਂ ਡਿਊਟੀ ਪੂਰੀ ਨਹੀਂ ਕੀਤੀ, ਇਹ ਵੀ ਇੱਕ ਬੇਈਮਾਨੀ। ਠੀਕ ਹੈ ਜੀ, ਅਗਲੀ ਤੋਂ ਬੋਲੋ ਨਜਰ ਸਾਹਿਬ। ਸੌਰੀ ਗੁਰਸ਼ਰਨ ਜੀ, ਆ ਬੋਲੋ ਵੀਰ ਜੀ। ਅੰਤ ਨਵੇੜਾ ਤੇਰੇ ਜੀਆ, ਇਹ ਤੁਕ ਬੋਲੋ। ਅੰਤ ਨਵੇੜਾ ਤੇਰੇ ਜੀ ਪੈ ਲਈ ਜਾ। ਵੀ ਇਹ ਜੋ ਤੂੰ ਪ੍ਰਪੰਚ ਕਰਦਾ, ਠੱਗੀ ਧੋਖੀ ਕਰਦਾ, ਪਰ ਦਾ ਮਤਲਬ ਜਦੋਂ ਜ਼ਹਿਰ ਕਰੇ ਲਿਆਉਣਾਗਾ, ਇਹਦਾ ਤੈਨੂੰ ਹਿਸਾਬ ਕਿਤਾਬ ਦੇਣਾ ਪੈਣਾਗਾ ਅੰਤ ਵੇਲੇ। ਇਹਦਾ ਹਿਸਾਬ ਕਿਤਾਬ ਉਹ ਤੂੰ ਬਚ ਨਹੀਂ ਸਕਦਾ। ਇਸੇ ਕਰਕੇ ਮਨ ਨੂੰ ਗਿਆਨ ਦੇ ਰਹੇ ਇਹਦੇ ਵਿੱਚ ਵੀ ਤੂੰ ਇਹ ਸਾਰਾ ਕੁਝ ਛੱਡ ਦੇ। ਮਨ ਮੇਰੇ ਭੁੱਲੇ ਕਪਟ ਨਾ ਕੀਤਾ। ਤੂੰ ਭੁੱਲਿਆ ਹੋਇਆ, ਇਹ ਸਾਰਾ ਕਪਟ ਤੂੰ ਛੱਡ ਕੇ ਇਮਾਨਦਾਰੀ ਨਾਲ ਆਪਣਾ ਜੋ ਵੀ ਤੇਰਾ ਹੱਕ ਬਣਦਾਗਾ ਉਹੀ ਕਰੇ ਲਿਆ, ਉਹਦਾ ਹੀ ਤੈਨੂੰ ਫਾਇਦਾ ਹੋਣਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹਾਂਜੀ ਸਾਧ ਸੰਗਤ ਜੀ ਦੇਖੋ, ਪੈਸਾ ਵੀ ਜ਼ਰੂਰੀ ਆ, ਮੈਂ ਨਹੀਂ ਕਹਿੰਦਾ ਨਹੀਂ ਜ਼ਰੂਰੀ। ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਹੈਗੀ ਆ, ਉਹ ਹੈ ਮਨ ਦੀ ਸ਼ਾਂਤੀ। ਤੁਹਾਡੇ ਕੋਲ ਕਰੋੜਾਂ ਰੁਪਇਆ ਹੋਵੇ, ਜੇਕਰ ਤੁਹਾਡਾ ਮਨ ਹੀ ਸ਼ਾਂਤ ਨਹੀਂ ਆ, ਉਹ ਕਰੋੜਾਂ ਰੁਪਈਆਂ ਦਾ ਕੋਈ ਫਾਇਦਾ ਨਹੀਂ ਹੈਗਾ। ਇਸ ਲਈ ਬਾਣੀ ਚ ਤੁਕ ਲਿਖੀ ਹੈ, ਸਰਬ ਜਗਤ ਕਾ ਰਾਜਾ ਦੁਖੀਆ। ਜੇ ਤੂੰ ਰਾਜਾ ਬਣ ਜਾਏਗਾ ਸਾਰੇ ਸੰਸਾਰ ਦਾ, ਤੂੰ ਦੁਖੀ ਹੋ ਜਾਏਗਾ। ਹਰ ਕਾ ਨਾਮ ਜਪਤ ਹੋ ਸੁਖੀਆ। ਸੁਖੀ ਇਨਸਾਨ ਉਹ ਹੀ ਹੋਵੇਗਾ ਜਿਹਦੇ ਜੀਵਨ ਚ ਧਰਮ ਹੋਵੇਗਾ, ਤੇ ਧਰਮ ਉਸ ਇਨਸਾਨ ਦਾ ਹੀ ਸਹੀ ਹੈ ਧਾਰਮਿਕ ਹੋਣਾ ਜਿਹਦਾ ਧਿਆਨ ਇਕਾਗਰ ਹੈ, ਜਿਹਦਾ ਚਿੱਤ ਸ਼ਾਂਤ ਹੈ, ਜਿਹਦਾ ਮਨ ਸ਼ਾਂਤ ਹੈ। ਜਿਹਦਾ ਮਨ ਹੀ ਸ਼ਾਂਤ ਨਹੀਂ, ਉਹਦਾ ਧਰਮ ਕਿੰਨਾ ਕੁ ਪਾਵਰਫੁਲ ਹੋਊਗਾ, ਇਹਦੇ ਬਾਰੇ ਆਪ ਜੀ ਵਿਚਾਰ ਕਰ ਸਕਦੇ ਜੋ। ਕਿਉਂਕਿ ਔਗਣ ਉਹਨਾਂ ਚਿਰ ਤੱਕ ਸਾਡੇ ਜੀਵਨ ਚੋਂ ਦੂਰ ਨਹੀਂ ਹੋਣੇ ਜਿੰਨਾ ਚਿਰ ਤੱਕ ਸਾਡਾ ਧਿਆਨ ਸ਼ਾਂਤ ਨਹੀਂ ਹੁੰਦਾ, ਇਕਾਗਰ ਨਹੀਂ ਹੁੰਦਾ। ਜਦੋਂ ਧਿਆਨ ਇਕਾਗਰ ਹੋ ਗਿਆ ਤੇ ਦਰਪਣ ਚ ਆਪਣੇ ਆਪ ਹੀ ਆਤਮਾ ਦੀ ਤਸਵੀਰ ਬਣ ਜਾਣੀ। ਜਿੰਨਾ ਚਿਰ ਤੱਕ ਸਾਡਾ ਧਿਆਨ ਇੱਧਰ ਉੱਧਰ ਭਟਕ ਰਿਹਾ ਹੈ, ਔਗਣਾਂ ਚ ਭਟਕ ਰਿਹਾ ਹੈ, ਉਹਨਾਂ ਚਿਰ ਤੱਕ ਅਸੀਂ ਸ਼ਾਂਤੀ ਨੂੰ ਅਨੁਭਵ ਨਹੀਂ ਕਰ ਸਕਦੇ। ਹਰ ਇੱਕ ਇਨਸਾਨ ਚਾਹੁੰਦਾ ਕੀ ਹੈ? ਸ਼ਾਂਤੀ। ਆਪ ਜਸਟ ਸੋਚੋ, ਰਾਤ ਨੂੰ ਸੁੱਤਿਆਂ ਤੁਹਾਨੂੰ ਕੀ ਪ੍ਰਾਪਤ ਹੁੰਦਾ ਹੈ? ਕੇਵਲ ਸੁੱਖ, ਸੁੱਤਿਆਂ ਆਨੰਦ ਆਉਂਦਾ ਹੈ। ਕਿਉਂਕਿ ਜਿਹੜੀ ਦਿਮਾਗ ਦੇ ਅੰਦਰ ਦੁਨੀਆ ਭਰ ਦੀ ਕਾਰਵਾਈ ਹੋ ਰਹੀ ਸੀ, ਉਹ ਸਟਾਪ ਹੋ ਜਾਂਦੀ ਹੈ। ਥੋੜੇ ਸਮਾਂ ਸੁਪਨਾ ਆਉਂਦਾ ਹੈ, ਸੁਪਨੇ ਤੋਂ ਬਾਅਦ ਉਹ ਸਟਾਪ ਹੋ ਜਾਂਦੀ ਆ। ਉਸ ਨੂੰ ਬੰਦ ਕਰਨ ਦੇ ਲਈ ਸ਼ਰਾਬੀ ਸ਼ਰਾਬ ਪੀਂਦਾ ਹੈ। ਅੰਦਰ ਬਹੁਤ ਵਿਚਾਰ ਨੇ, ਰੁਕ ਨਹੀਂ ਰਹੇ। ਉਹ ਫਿਰ ਕੀ ਕਰਦਾ ਹੈ? ਉਹ ਨਸ਼ਾ ਕਰਦਾ ਹੈ। ਨਸ਼ਾ ਕਰਕੇ ਉਹ ਵਿਚਾਰਾਂ ਨੂੰ ਰੋਕਣਾ ਚਾਹੁੰਦਾ ਹੈ। ਇਸੇ ਹੀ ਤਰ੍ਹਾਂ ਤੁਸੀਂ ਦੇਖੋ, ਜਿਹੜੇ ਲੋਕ ਨਸ਼ੇ ਦੀ ਵਰਤੋਂ ਕਰਦੇ ਨੇ, ਉਹ ਅਸਲ ਦੇ ਵਿੱਚ ਉਹ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਵਿਚਾਰ ਬੰਦ ਹੋ ਜਾਣ। ਉਹ ਜਿੰਨਾ ਚਿਰ ਤੱਕ ਵਿਚਾਰ ਬੰਦ ਰਹਿੰਦੇ ਨੇ, ਉਹਨਾਂ ਚਿਰ ਉਹਨਾਂ ਨੂੰ ਚੰਗਾ ਲੱਗਦਾ ਹੈ। ਪਰ ਜਦੋਂ ਨਸ਼ਾ ਘਟ ਜਾਂਦਾ ਹੈ, ਨਸ਼ੇ ਦਾ ਅਸਰ ਘਟ ਜਾਂਦਾ ਹੈ, ਫਿਰ ਉਸੇ ਤਰ੍ਹਾਂ ਵਿਚਾਰ ਆਉਣ ਲੱਗ ਪੈਂਦੇ ਨੇ। ਫਿਰ ਉਹੀ ਨਸ਼ੇ ਦੀ ਵਰਤੋਂ ਦੁਬਾਰਾ ਕਰਦੇ ਨੇ।
ਇਸੇ ਹੀ ਤਰ੍ਹਾਂ ਬਹੁਤ ਦੁਨੀਆ ਜਿਹੜੀ ਹੈ, ਬਹੁਤ ਸਾਰੀ ਦੁਨੀਆ ਇਸੇ ਤਰ੍ਹਾਂ ਉਲਝੀ ਹੋਈ ਹੈ ਨਸ਼ੇ ਦੇ ਵਿੱਚ। ਹਾਂਜੀ ਨਜਰ ਸਾਹਿਬ, ਸੌਰੀ ਗਿੱਲ ਸਾਹਿਬ ਅੱਗੇ ਬੋਲੋ। ਹਾਂਜੀ ਵੀਰ ਜੀ। ਹਾਂਜੀ ਸੰਗਤ ਜੀ, ਇਹ ਪਰ ਦਾ ਬਾਣੀ 'ਚ ਬਹੁਤ ਲਿਖਿਆ ਕਿ ਪਰ ਧਨ ਪਰ ਨਿੰਦਾ ਪਰ ਧਨ, ਇਹਨਾਂ ਤੇ ਆਪ ਬਚਾਓ। ਇਹ ਮਤਲਬ ਇਹ ਜ਼ਹਿਰ ਹੈਗੀ ਆ। ਪਰ ਧਨ ਪਰ ਦਾਰਾ ਪਰ ਹਰੀ, ਇਸਕੀ ਨਿਕਟ ਵਸੇ ਨਾ ਹਰੀ। ਅਗਰ ਤੁਸੀਂ ਪਰ ਤੋਂ ਵਾਜਾਏਗਾ ਤੇ ਹਰੀ ਤੇਰੇ ਨਿਕਟ ਵਸੂਗਾ। ਅੱਗੇ ਅਗਲਾ ਪਦਾ ਹੈ ਸੰਗਤ ਜੀ, ਛਿਨ ਛਿਨ ਤਨ ਸੀਜੇ ਜਰਾ ਜਨਾਵਾ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵਾ। ਵੀ ਛਿਨ ਛਿਨ ਕਰਕੇ ਪਲ ਪਲ ਕਰਕੇ ਤੇਰਾ ਤਨ ਜਿਹੜਾ ਹੈਗਾ ਉਹ ਬੁੱਢਾ ਹੋ ਰਿਹਾਗਾ। ਤਨ ਤੇਰਾ ਤਾਕਤ ਘਟ ਰਹੀ ਆ ਤੇਰੀ, ਤੇ ਤੂੰ ਬੁਢਾਪੇ ਵੱਲ ਜਾ ਰਿਹਾ। ਤੇ ਜਦੋਂ ਤੂੰ ਬੁੱਢਾ ਹੋ ਗਿਆ, ਤੇਰੇ ਆਪ ਦੀ ਕਿਰਿਆ ਤੂੰ ਆਪ ਸੋਧਣ ਜੋਗਾ ਨਾ ਰਿਹਾ, ਤੇਰੇ ਓਕ ਵਿੱਚ ਕਿਸੇ ਨੇ ਪਾਣੀ ਵੀ ਨਹੀਂ ਪਾਉਣਾਗਾ। ਤੇ ਜਿਹੜੇ ਬੱਚਿਆਂ ਦੀ ਖਾਤਰ, ਘਰਵਾਲੀ ਦੀ ਖਾਤਰ ਤੂੰ ਇੰਨੀ ਸੇਵਾ ਕਰਦਾ, ਤੇ ਇਹਨਾਂ ਨੇ ਤੇਰੀ ਕੋਈ ਹੈਲਪ ਨਹੀਂ ਕਰਨੀ। ਇਸ ਕਰਕੇ ਤੂੰ ਸ਼ੁਰੂ ਤੋਂ ਹੀ, ਪਹਿਲਾਂ ਤੋਂ ਹੀ ਆਪਣਾ ਖਿਆਲ ਕਰ, ਆਪਣੇ ਭੁੱਲੇ ਮਨ ਨੂੰ ਸਮਝਾ। ਇਹ ਪੁੱਠੇ ਕੰਮ ਤੂੰ ਕਿਸੇ ਦੀ ਖਾਤਰ ਨਾ ਕਰ, ਤੇ ਇਹ ਰੱਖ ਕੇ ਤੈਨੂੰ ਇਹ ਸਾਰਾ ਕੁਝ ਜੋ ਤੂੰ ਗਲਤ ਕੰਮ ਕਰਦਾ, ਤੈਨੂੰ ਹਿਸਾਬ ਕਿਤਾਬ ਦੇਣਾ, ਉਹ ਕੰਮ ਠੀਕ ਕਰ। ਤੂੰ ਆਪਦੇ ਮਨ ਨੂੰ ਸਮਝਾ ਵੀ ਠੀਕ ਕੰਮ ਕਰ, ਕਿਉਂਕਿ ਇਹ ਛਿਨ ਛਿਨ ਔਤ ਬਿਹਾਦ ਹੈ, ਬੂਟੇ ਘਟ ਜਾਓ ਪਾਣੀ। ਵੀ ਉਮਰ ਤਾਂ ਤੇਰੀ ਨਿਕਲ ਰਹੀ ਆ, ਤੂੰ ਮਰ ਰਿਹਾਗਾ, ਤੇ ਇਸੇ ਕਰਕੇ ਤੇਰੀ ਜੋ ਉਮਰ ਹੈ ਬਹੁਤ ਕੀਮਤੀ ਆ। ਇਸ ਨੂੰ ਤੂੰ ਇਹ ਪੁੱਠੇ ਕੰਮ ਛੱਡ ਕੇ ਪ੍ਰਭੂ ਦੇ ਨਾਮ ਦੇ ਵਿੱਚ, ਗੁਰਮੁਖ ਦੇ ਰਸਤੇ ਤੇ ਚੱਲ ਕੇ ਠੀਕ ਕੰਮ ਕਰ, ਤਾਂ ਕਿ ਅੱਗੇ ਵਾਸਤੇ ਅਖੀਰ ਤੇ ਤੈਨੂੰ ਉਹਦਾ ਨਵੇੜਾ ਨਾ ਦੇਣਾ ਪਵੇ, ਹਿਸਾਬ ਕਿਤਾਬ ਨਾ ਦੇਣਾ ਪਵੇ, ਕਿਉਂਕਿ ਤੈਨੂੰ ਉਹਦੀ ਸਜ਼ਾ ਮਿਲਣੀ ਆ। ਇਹ ਕਬੀਰ ਜੀ ਇਹਦੇ ਵਿੱਚ ਜੀਵ ਨੂੰ ਮਤਲਬ ਗਿਆਨ ਦੇ ਰਹੇ ਆ, ਸਮਝਾ ਰਹੇ ਆ, ਔਰ ਵਾਰਨਿੰਗ ਕਰ ਰਹੇ ਆ ਵੀ ਆਹ ਚੀਜ਼ਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖ ਤੂੰ। ਹਾਂਜੀ ਵੀਰ ਜੀ। ਹਾਂਜੀ, ਇੱਥੇ ਸਾਧ ਸੰਗਤ ਜੀ ਉਹ ਸਾਨੂੰ ਇਹ ਸਮਝਾ ਰਹੇ ਨੇ ਕਿ ਜਦੋਂ ਆਪਾਂ ਔਗਣਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ, ਹੁਣ ਭੌਤਿਕ ਸੁੱਖ ਸਾਨੂੰ ਚਾਹੀਦੇ ਨੇ। ਏਦਾਂ ਅਸੀਂ ਸੋਚਦੇ ਹਾਂ ਕਿ ਇਹਨਾਂ ਸੁੱਖਾਂ ਦੇ ਵਿੱਚ ਆਨੰਦ ਹੈ, ਪਰ ਇਹਨਾਂ 'ਚ ਆਨੰਦ ਨਹੀਂ ਹੈਗਾ। ਇਹ ਹੈ ਕਿ ਮ੍ਰਿਗ ਤ੍ਰਿਸ਼ਨਾ ਹੈ, ਉਹ ਤੁਹਾਨੂੰ ਦਿਖਦੇ ਨੇ ਸੁੱਖ ਹੈਗੇ ਨੇ, ਫਿਰ ਤੁਸੀਂ ਗਾਂਹ ਜਾਓਗੇ, ਉਸ ਰਿਸ਼ਤਾ ਨੇ ਗਾਂਹ ਤੁਰ ਪੈਣਾ। ਇਸੇ ਹੀ ਤਰ੍ਹਾਂ ਇਹ ਜਿਹੜੇ ਸੁੱਖ ਸਾਨੂੰ ਦੇਖਦੇ ਨੇ, ਸੁੱਖਾਂ ਨੂੰ ਭੋਗਣ 'ਚ ਕੋਈ ਪ੍ਰੋਬਲਮ ਨਹੀਂ ਆ। ਪ੍ਰੋਬਲਮ ਤੇ ਇਹ ਆ ਕਿ ਸਾਡੇ ਜੀਵਨ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ ਨਾ, ਇਹ ਬੇਈਮਾਨੀ ਲੈ ਜਾਂਦੀ ਹੈ। ਔਰ ਜਦੋਂ ਆਪ ਬੇਈਮਾਨੀ ਕਰਨੀ ਸ਼ੁਰੂ ਕਰੋਗੇ ਤੇ ਦੇਖੋਗੇ ਕਿ ਆਪ ਜੀ ਦਾ ਮਨ ਜਿਹੜਾ ਹੈ ਨਾ, ਉਹ ਫਿਰ ਦੂਜੀ ਬੇਈਮਾਨੀ ਕਰਨ ਵਾਸਤੇ ਕਵੇਗਾ, ਫਿਰ ਤੀਜੀ ਬੇਈਮਾਨੀ ਕਰਨ ਵਾਸਤੇ ਕਵੇਗਾ। ਇਸੇ ਹੀ ਤਰ੍ਹਾਂ ਇੱਕ ਸਿਲਸਿਲਾ ਸ਼ੁਰੂ ਹੋ ਜਾਂਦਾ। ਫਿਰ ਬੰਦਾ ਮਜਬੂਰ ਹੋ ਜਾਂਦਾ, ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਏਦਾਂ ਕਿਉਂ ਕਰ ਰਿਹਾ। ਔਰ ਤੁਸੀਂ ਦੇਖੋਗੇ ਨਾ, ਕਈ ਬੰਦੇ ਵੇਖੋ ਇੱਥੇ ਲੋਕਾਂ ਕੋਲ ਅਰਬਾਂ ਖਰਬਾਂ, ਹੁਣ ਉਦੋਂ ਬਾਬਾ ਜੀ ਹੈਗੇ ਨੇ, ਪਤਾ ਨੀ ਕੀ ਨਾ ਉਹਨਾਂ ਦਾ, 65,000 ਕਰੋੜ ਰੁਪਇਆ ਉਹਨਾਂ ਦੇ ਖਾਤੇ 'ਚ ਆ। ਆਪਾਂ ਜਸਟ ਸੋਚੋ, ਜੇ ਉਹ ਬੰਦਾ, ਮੈਂ ਲੱਖਾਂ ਰੁਪਏ ਵੀ ਖਰਚੇ ਤਾਂ ਵੀ ਨਹੀਂ ਖਤਮ ਹੋਣਾ, ਰੋਜ਼ ਦਾ ਲੱਖ ਰੁਪਇਆ। ਆਪਾਂ ਜਸਟ ਸੋਚੋ, 65,000 ਕਰੋੜ ਰੁਪਇਆ ਉਹਦੇ ਖਾਤੇ 'ਚ। ਇੰਨਾ ਪੈਸਾ ਕੀ ਕਰਨਾ? ਇਹ ਉਹੀ ਚੀਜ਼ ਹੈ ਕਿ ਮੈਂ ਇਕੱਠੇ ਕਰ ਲਾਂ, ਪੈਸੇ ਇਕੱਠੇ ਕਰੀ ਜਾਂਦਾ ਆਪਣੇ ਲਈ ਜਾਂ ਆਪਣੇ ਪਰਿਵਾਰ ਦੇ ਲਈ। ਔਰ ਬੰਦੇ ਦੀ ਜਦੋਂ ਏਦਾਂ ਦੀ ਬੁੱਧੀ ਹੋ ਜਾਂਦੀ ਹੈ, ਤੇ ਫਿਰ ਉਹਦੇ ਅੰਦਰ ਗਿਆਨ ਨਹੀਂ ਹੁੰਦਾ, ਉਹਦਾ ਵਿਵੇਕ ਖਤਮ ਹੋ ਜਾਂਦਾ। ਉਹ ਇੱਕ ਜਾਨਵਰ ਵੀ ਨਹੀਂ ਰਹਿ ਜਾਂਦਾ, ਜਾਨਵਰ ਤੋਂ ਵੀ ਥੱਲੇ ਆ ਜਾਂਦਾ। ਅਜੇ ਜਾਨਵਰ ਤੇ ਚਲੋ ਕੋਈ ਚੀਜ਼ ਮਾਰ ਕੇ ਖਾਂਦਾ ਹੈ ਨਾ, ਉਹ ਓਨੀ ਮਾਰਦਾ ਜਿੰਨੀ ਇਹਨੂੰ ਭੁੱਖ ਆ। ਪਰ ਜਿਹੜੇ ਬੰਦੇ ਦੇ ਅੰਦਰ ਲੋਭ ਆ ਜਾਂਦਾ ਹੈ, ਉਹ ਬੰਦਾ ਆਪਣੀ ਲਿਮਟ ਨੂੰ ਕ੍ਰਾਸ ਕਰ ਲੱਗਿਆ, ਇੱਕ ਛਣ ਵੀ ਨਹੀਂ ਲਗਾਏਗਾ। ਹਾਂਜੀ ਗਿੱਲ ਸਾਹਿਬ, ਅਗਲੀ ਤੋਂ ਬੋਲੋ। ਹਾਂਜੀ ਵੀਰ ਜੀ, ਅੱਗੇ ਅਖੀਰਲਾ ਪਤਾ ਹੈ ਜੀ, ਕਹਿਤ ਕਬੀਰ ਕੋਈ ਨਹੀਂ ਤੇਰਾ। ਕਿ ਕਬੀਰ ਜੀ ਉਪਦੇਸ਼ ਦੇ ਰਹੇ ਆ ਕਿ ਇਹ ਜਿਹੜੇ ਧੀਆਂ ਪੁੱਤਾਂ ਦੀ ਤੂੰ ਗੱਲ ਕਰਦਾ, ਇਹ ਤੇਰੇ ਨਹੀਂ, ਇਹ ਤਾਂ ਤੇਰੇ ਨਾਲ ਪਿਛਲੇ ਕੋਈ ਸੰਬੰਧ ਸੀਗੇ, ਲੈਣੇ ਦੇਣੇ ਦਾ ਸੰਬੰਧ ਸੀ। ਇਸ ਕਰਕੇ ਇਹ ਤੇਰੇ, ਤੂੰ ਇਹਨੂੰ ਆਪਣੇ ਨਾ ਸਮਝ। ਇੱਕ ਤੋਕਾ ਜੀ, ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ।
ਵੀ ਇਹ ਤੇਰੇ ਜੋ ਧੀ ਪੁੱਤਰ ਤੇਰੀ ਘਰ ਵਾਲੀ ਹੈ, ਇਹ ਆਪਣੇ ਉੱਪਰੇ ਕੁਛ ਨਹੀਂ, ਇਹ ਤਾਂ ਸੰਜੋਗ ਆ। ਤੇਥੋਂ ਲੇਖਾ ਇਹਨਾਂ ਨੇ ਲੈਣਾ, ਹਿਸਾਬ ਕਿਤਾਬ ਦੁੱਖ ਸੁੱਖ ਜੋ ਤਾਂ ਇਹਨਾਂ ਨੂੰ ਕੀਤਾ ਉਹ ਤਾਂ ਆਪਦਾ ਲੇਖਾ ਬਰਾਬਰ ਕਰਨ ਆਏ ਆ। ਇਸ ਕਰਕੇ ਕਬੀਰ ਜੀ ਕਹਿ ਰਿਹਾ ਵੀ ਇਹ ਕੋਈ ਇਹਨਾਂ ਨੂੰ ਤੂੰ ਆਪਣਾ ਮੋਹ ਨਾ ਇਹਨਾਂ ਨਾਲ ਕਰ ਤੂੰ, ਤੇ ਅੱਗੇ ਵਾਸਤੇ ਇਹਨਾਂ ਨਾਲ ਲੇਖਾ ਠੀਕ ਕਰ ਤਾਂ ਕਿ ਅੱਗੇ ਨੂੰ ਨਾ ਤੇਰਾ ਇਹਨਾਂ ਨਾਲ ਕੋਈ ਸਰਬੰਧ ਹੋ ਜੇ। ਤੇ ਹਿਰਦੇ ਰਾਮ ਕੀ ਨਾ ਜਪੇ ਸਵੇਰਾ, ਤੇ ਇਸ ਕਰਕੇ ਇਹਨੂੰ ਛੱਡ ਕੇ ਤੂੰ ਮੇਰ ਤੇ ਨੂੰ ਤੂੰ ਆਪਣੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਉਸ ਨੂੰ ਵਸਾ, ਉਹਦਾ ਨਾਮ ਜਪ, ਉਹਦੇ ਪ੍ਰਮਾਤਮਾ ਦੇ ਰਾਹ ਤੇ ਚੱਲ, ਪ੍ਰਮਾਤਮਾ ਦਾ ਗਿਆਨ ਲੈ, ਤੂੰ ਨਾਮ ਦੀ ਕਮਾਈ ਕਰ। ਇਹ ਤੇਰਾ ਪਰਪਸ ਵੀ ਮਨੁੱਖਾ ਜੀਵਨ ਦਾ ਇਹੀ ਹੈ ਕਿ ਤੂੰ ਉਸ ਨੂੰ ਜੋ ਆਪਦਾ ਨਿੱਜ ਘਰ ਹੈ, ਪ੍ਰਮਾਤਮਾ ਦਾ ਘਰ ਹੈ, ਤੂੰ ਉੱਥੇ ਜਾਣਾ। ਤੂੰ ਉਹਦੇ ਨਾਲ ਆਪਣੇ ਅਸਲੀ ਬਾਪ ਮਾਂ ਬਾਪ ਜਿਹੜਾ ਹੈਗਾ ਤੇਰਾ ਧੀ ਪੁੱਤ ਮਾਂ ਬਾਪ ਉਹ ਪ੍ਰਮਾਤਮਾ ਹੀ ਹੈ, ਵੀ ਤੂੰ ਉਹਦਾ ਨਾਂ ਜਪ, ਫੇਰ ਤੂੰ ਉਸ ਨੂੰ ਮਿਲ ਕੇ ਆਪਦੀ ਜ਼ਿੰਦਗੀ ਦਾ ਜੋ ਮਕਸਦ ਆ ਤੇਰਾ ਉਹ ਤੇਰਾ ਪੂਰਾ ਕਰ ਸਕਦਾ। ਹਾਂਜੀ ਵੀਰ ਜੀ। ਹਾਂਜੀ, ਇੱਥੇ ਕਹਿ ਰਹੇ ਨੇ ਕਹਿਤ ਕਬੀਰ ਕੋਈ ਨਹੀਂ ਤੇਰਾ। ਕਬੀਰ ਜੀ ਕਹਿੰਦੇ ਨੇ ਕਿ ਇਹ ਸੰਸਾਰ ਜਿਹੜਾ ਹੈਗਾ ਨਾ, ਇਹ ਤੂੰ ਮਹਿਸੂਸ ਕਰ, ਤੂੰ ਅੱਖਾਂ ਬੰਦ ਕਰਕੇ ਦੇਖ ਕਿ ਤੇਰਾ ਕੋਈ ਵੀ ਨਹੀਂ ਹੈਗਾ। ਹਰ ਇੱਕ ਇਨਸਾਨ ਦਾ ਇੱਕ ਆਪਣਾ ਸੰਸਾਰ ਹੈ ਔਰ ਉਹ ਉਹਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ। ਇਹ ਸੱਚ ਹੈ, ਪਰ ਜਦੋਂ ਬੰਦਾ ਮੋਹ ਚ ਹੁੰਦਾ ਨਾ ਤੇ ਉਹਨੂੰ ਬੜਾ ਮੋਹ ਹੋ ਜਾਂਦਾ। ਉਹਨੂੰ ਨਹੀਂ ਪਤਾ ਲੱਗਦਾ ਵਿਚਾਰੇ ਨੂੰ ਕਿ ਤਾਂ ਮੈਂ ਕਿਉਂ ਕਰ ਰਿਹਾ, ਪਰ ਉਹ ਕਹਿੰਦੇ ਨਹੀਂ ਕਿ ਮਾਇਆ ਦਾ ਜਿਹੜਾ ਪ੍ਰਭਾਵ ਹੈ ਮੇਰੇ ਉੱਤੇ ਆ ਗਿਆ। ਜਿੱਦਾਂ ਬੰਦੇ ਦੀ ਬਿਮਾਰੀ ਵੱਧ ਜਾਂਦੀ ਹੈ ਸਰੀਰ ਦੇ ਵਿੱਚ ਤੇ ਵਿਚਾਰੇ ਨੂੰ ਪਤਾ ਥੋੜੀ ਲੱਗਦਾ, ਉਹ ਸਰੀਰ ਤੇ ਕੰਟਰੋਲ ਕਰ ਲੈਂਦੀ ਹੈ, ਪਰ ਸਰੀਰ ਦੇ ਹੌਲੀ ਹੌਲੀ ਕਰਕੇ ਆਰਗਨ ਖਰਾਬ ਕਰ ਦਿੰਦੀ ਹੈ, ਜਿਹੜੇ ਹੁੰਦੇ ਪੁਰਜੇ ਆ ਸਰੀਰ ਦੇ ਉਹਨਾਂ ਨੂੰ ਖਰਾਬ ਕਰ ਦੇ। ਇਸੇ ਹੀ ਤਰ੍ਹਾਂ ਜਦੋਂ ਮਾਇਆ ਦਾ ਪ੍ਰਭਾਵ ਵੱਧ ਜਾਂਦਾ ਹੈ, ਆਪਾਂ ਮਾਇਆ ਦੇ ਵਿੱਚ ਤੁਰੇ ਜਾਂਦੇ ਆ, ਫਿਰ ਹੌਲੀ ਹੌਲੀ ਕਰਕੇ ਮਾਇਆ ਕੀ ਕਰਦੀ ਆ, ਸਾਡੇ ਅੰਦਰਲੇ ਵਿਵੇਕ ਨੂੰ ਨਸ਼ਟ ਕਰ ਦਿੰਦੀ। ਤੇ ਇਸ ਕਰਕੇ ਉਹ ਕਹਿ ਰਹੇ ਨੇ, ਕਹਿੰਦੇ ਹਿਰਦੇ ਰਾਮ ਕੀ ਨਾ ਜਾਪ ਸਵੇਰਾ। ਕਹਿੰਦੇ ਕਿ ਤੂੰ ਆਪਣਾ ਸਾਰਾ ਜੀਵਨ ਦਾ ਸਮਾਂ ਜਿਹੜਾ ਹੈ ਕਿਰ ਪਦਾਰਥਾਂ ਨੂੰ ਇਕੱਠਾ ਕਰਨ ਦੇ ਵਿੱਚ ਹੀ ਬਰਬਾਦ ਕਰ ਦਿੱਤਾ, ਤੂੰ ਰਾਮ ਦਾ ਨਾਮ ਕਿਉਂ ਨਹੀਂ ਸਿਮਰਿਆ। ਇਹ ਗ੍ਰੰਥਾਂ ਦੇ ਵਿੱਚ ਤੈਨੂੰ ਬਾਰ-ਬਾਰ ਸਮਝਾਇਆ ਗਿਆ ਹੈ ਕਿ ਅਵਰ ਕਾਜ ਤੇਰੇ ਦੂਜੇ ਕੰਮ ਕਿਸੇ ਕੰਮ ਦੇ ਨਹੀਂ ਹੈਗੇ, ਜਿੰਨਾ ਚਿਰ ਤੱਕ ਤੂੰ ਸੰਗਤ 'ਚ ਬਹਿ ਕੇ ਪ੍ਰਮਾਤਮਾ ਦੀ ਬੰਦਗੀ ਦਾ ਜਿਹੜਾ ਗੁਣ ਆ ਉਹਨੂੰ ਪ੍ਰਾਪਤ ਨਹੀਂ ਕਰਨੀ। ਕਿਉਂਕਿ ਉਹ ਕਹਿਣ ਤੋਂ ਭਾਵ ਉਹਨਾਂ ਦਾ ਇਹੋ ਹੀ ਆ ਕਿ ਜਦੋਂ ਤੇਰੇ ਜੀਵਨ 'ਚ ਨਾਮ ਆ ਜਾਏਗਾ ਤੇ ਤੇਰਾ ਜੀਵਨ 'ਚ ਆਪਣੇ ਆਪ ਹੀ ਚਾਨਣ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ। ਕੱਲ ਵੀ ਵੇਖਿਆ ਨਾ, ਕੱਲ ਕਹਿੰਦੀ ਬਾਣੀ ਕਿ ਤੇਰੇ ਜੀਵਨ ਦੇ ਵਿੱਚ ਜਿਹੜਾ ਦੀਪਕ ਨਹੀਂ ਹੈਗਾ ਤੇ ਹਨੇਰੇ ਵਾਲੀ ਸੜਕ 'ਤੇ ਤੁਰਿਆ ਫਿਰਦਾ ਵਾ, ਇੱਕ ਸ਼ਹਿਰ ਹੈ ਹਨੇਰਾ ਹੀ ਹਨੇਰਾ ਵਾ, ਤੇਰੇ ਕੋਲ ਦੀਪਕ ਤੇ ਹੈ ਨਹੀਂ, ਤੇ ਤੈਨੂੰ ਕਿੱਦਾਂ ਪਤਾ ਲੱਗੂ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਆ। ਇਸ ਲਈ ਉਹ ਕਹਿੰਦੇ ਨੇ ਕਿ ਪਹਿਲਾਂ ਭਗਤੀ ਕਰਨਾ। ਭਗਤੀ ਦੇ ਨਾਲ ਕੀ ਸਭ ਤੋਂ ਪਹਿਲਾਂ ਸਾਨੂੰ ਸੋਝੀ ਹੁੰਦੀ ਹੈ, ਸਾਨੂੰ ਪਤਾ ਲੱਗਦਾ ਹੈ ਕਿ ਜੀਵਨ ਨੂੰ ਜਿਉਣਾ ਕਿੱਦਾਂ। ਆਪ ਜਸਟ ਸੋਚੋ, ਜਿਹੜਾ ਵੀ ਸਾਧਕ 5-6 ਮਹੀਨੇ ਸਾਧਨਾ ਕਰ ਲੈਂਦਾ ਨਾ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜੀਵਨ ਨੂੰ ਕਿੱਦਾਂ ਜਿਉਣਾ। ਉਹ ਬਹੁਤ ਮੁਸ਼ਕਲ ਹੈ ਉਹਦੇ ਲਈ ਔਗਣਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ। ਕੋਈ ਬਹੁਤਾ ਜ਼ਿਆਦਾ ਐਕਸਟ੍ਰੀਮ ਤੇ ਜਾ ਕੇ ਹੋ ਸਕਦਾ ਕਿ ਔਗਣ ਵਾਲੇ ਕੰਮ ਕਰ ਲੇ, ਪਰ ਤੁਹਾਡੀ ਚੇਤਨਾ ਨੇ ਤੁਹਾਨੂੰ ਮਾੜਾ ਕੰਮ ਕਰਨ ਹੀ ਨਹੀਂ ਦੇਣਾ। ਕਬੀਰ ਜੀ ਜਿਹੜੀ ਕਹਿ ਰਹੇ ਨਾ ਕਿ ਇਹ ਆਮ ਬੰਦੇ ਦੀ ਗੱਲ ਕਰਦੇ ਨੇ, ਪਰ ਸਾਧਕ ਲਈ ਔਗਣ ਬਹੁਤ ਵੱਡੀ ਗੱਲ ਹੋ ਜਾਂਦੇ ਨੇ। ਆਸਾਨ ਨਹੀਂ ਆ। ਤੁਸੀਂ ਕਿਸੇ ਨੂੰ ਮਾੜਾ ਚੰਗਾ ਬੋਲ ਕੇ ਵੀ ਵੇਖ ਲਿਓ, 5-10 ਮਿੰਟਾਂ 20 ਮਿੰਟਾਂ ਬਾਅਦ ਤੁਹਾਡੇ ਅੰਦਰ ਬੜਾ ਪਛਤਾਵਾ ਲੱਗਣਾ ਹੈ ਕਿ ਕਿਸੇ ਤਰੀਕੇ ਨਾਲ ਉਹ ਤੋਂ ਮਾਫੀ ਮੰਗ ਲਈ ਜਾਵੇ ਤੇ ਗੱਲ ਨੂੰ ਖਤਮ ਕੀਤਾ ਜਾਵੇ। ਪਹਿਲਾਂ ਨਹੀਂ ਤੁਸੀਂ ਪਰਵਾਹ ਕਰਦੇ ਸੀ, ਪਰ ਹੁਣ ਤੁਸੀਂ ਇਹਨਾਂ ਗੱਲਾਂ ਦੀ ਪਰਵਾਹ ਕਰੋਗੇ ਕਿਉਂਕਿ ਚੇਤਨਾ ਪ੍ਰਗਟ ਹੋ ਗਈ ਹੈ। ਕ੍ਰੋਧ ਆਇਆ ਸੀ ਉਹ ਗੱਲ ਵੱਖਰੀ ਸੀ, ਪਰ ਹੁਣ ਪਤਾ ਲੱਗ ਗਿਆ ਕ੍ਰੋਧ ਤੋਂ ਬਾਅਦ ਜਿਹੜਾ ਇੱਕ ਗਲਤੀ ਤੇ ਇਨਸਾਨ ਕਰਦਾ, ਦੂਜੀ ਗਲਤੀ ਉਹ ਕਰਦਾ ਹੈ ਜਦੋਂ ਪਹਿਲੀ ਗਲਤੀ ਨੂੰ ਸੁਧਾਰਦਾ ਨਹੀਂ। ਇੱਕ ਗਲਤੀ ਆਪਾਂ ਕਰਕੇ ਜੇਕਰ ਆਪਾਂ ਨਹੀਂ ਸੁਧਾਰਦੇ ਫਿਰ 2 ਗਲਤੀਆਂ ਹੋ ਗਈਆਂ। ਹਾਂਜੀ ਜੀ, ਅੱਗੇ ਬੋਲੋ ਗਿਲ ਸਾਹਿਬ। ਹਾਂਜੀ ਵੀਰ ਜੀ। ਸੋ ਜਗ ਆਇਆ ਜਾਣੀਏ ਸੱਚੇ ਲਿਵ ਲਾਏ। ਮਤਲਬ ਜਗ ਤੇ ਆਉਣ ਦਾ ਮਤਲਬ ਸਾਡਾ ਇਹੀ ਆ ਕਿ ਪ੍ਰਭੂ ਨਾਲ ਲਿਵ ਲਾਣੇ ਆ। ਅਗਰ ਅਸੀਂ ਇਹ ਨਹੀਂ ਕੰਮ ਕਰਦੇ ਤਾਂ ਅਸੀਂ ਆਏ ਚਾਹੇ ਨਾ ਆਏ ਇੱਕ ਬਰਾਬਰ ਆ। ਹਾਂਜੀ ਵੀਰ ਜੀ, ਅਗਲਾ ਸ਼ਬਦ ਲੈਨੇ ਆਪਾਂ। ਸੰਤੋ ਮਨ ਪਵਨੇ ਸੁਖ ਬਣਿਆ,
ਕਿਛ ਜੋਗ ਪ੍ਰਾਪਤ ਗਣਿਆ। ਇਹ ਬਾਣੀ ਸੰਤਾਂ ਨੂੰ ਸੰਬੋਧਨ ਕਰਕੇ ਕਬੀਰ ਜੀ ਦੇ ਰਹੇ ਆ ਵੀ ਜਿਹੜਾ ਮਨ ਪਹਿਲਾਂ ਪਵਨ ਵਰਗਾ ਸੀਗਾ, ਮਤਲਬ ਕਿ ਇੰਨਾ ਉਹ ਹਿਲਜੁਲ ਸੀਗਾ ਕਿ ਇੱਕ ਸਕਿੰਟ ਵਿੱਚ ਨਹੀਂ ਸੀ ਰੁਕਦਾਗਾ, ਉਹ ਹੁਣ ਉਹਦੇ ਵਿੱਚ ਮਨ ਦੇ ਵਿੱਚ ਜਿਹੜੀ ਤਸੱਲੀ ਮੱਤੀ ਸੀ ਹਵਾ ਦੀ ਤਰ੍ਹਾਂ, ਉਹ ਸੁੱਖ ਬਣ ਗਿਆ। ਮਤਲਬ ਮਨ ਜਿਹੜਾ ਹੈਗਾ ਉਹ ਸ਼ਾਂਤ ਹੋ ਗਿਆ, ਮਨ ਟਿਕ ਗਿਆ, ਉਹ ਤਦੇ ਹੀ ਆਨੰਦ ਆਉਂਦਾ ਗਾ। ਤੇ ਕਿਸ ਜੋਗ ਪ੍ਰਾਪਤ ਬਣਿਆ, ਜਦੋਂ ਮਨ ਜਿਹੜਾ ਉਹ ਸਥਿਰ ਹੋ ਗਿਆ, ਟਿਕ ਗਿਆ, ਸ਼ੀਤਲ ਹੋ ਗਿਆ, ਸ਼ਾਂਤ ਹੋ ਗਿਆ, ਉਹ ਫਿਰ ਕਦੋਂ ਹੁੰਦਾ ਗਾ? ਕਿਸ ਜੋਗ ਪ੍ਰਾਪਤ ਗਣਿਆ, ਵੀ ਕੋਈ ਪ੍ਰਾਪਤੀ ਹੋਈ ਪ੍ਰਮਾਤਮਾ ਦੇ ਨਾਲ ਜੁੜਨ ਦੀ, ਕਿ ਜਦੋਂ ਵੀ ਪ੍ਰਮਾਤਮਾ ਦੇ ਨਾਲ ਮਨ ਜੁੜਿਆ, ਤੇ ਮਨ ਜੁੜੂਗਾ ਉਦੋਂ ਹੀ ਜਦੋਂ ਉਹ ਸਥਿਰ ਹੋਊਗਾ, ਤੇ ਫਿਰ ਕੁਝ ਪ੍ਰਾਪਤੀ ਵੀ ਹੋਊਗੀ। ਜਦੋਂ ਨਾਮ ਦੀ ਕਮਾਈ ਦੇ ਨਾਲ ਮਨ ਜਿਹੜਾ ਹੈਗਾ ਉਹ ਭਟਕਣੋਂ ਬਚ ਗਿਆ, ਮਨ ਕੰਟਰੋਲ ਵਿੱਚ ਆ ਗਿਆ, ਫਿਰ ਇਹ ਪ੍ਰਮਾਤਮਾ ਨਾਲ ਜੁੜਨ ਦੀ ਪ੍ਰਾਪਤੀ ਅਸੀਂ ਗਿਣ ਸਕਦੇ ਹਾਂ ਵੀ ਹਾਂ ਕੁਛ ਨਾ ਕੁਛ ਪ੍ਰਾਪਤੀ ਹੈ। ਸੋ ਇਹੀ ਪ੍ਰਾਪਤੀ ਹੈ ਕਿ ਅਸੀਂ ਮਨ ਨੂੰ ਪਰ ਨਾਲੋਂ ਹਟਾ ਕੇ ਆਪਣੇ ਅੰਦਰ ਲਿਜਾਣਾਗਾ ਔਰ ਇਹਦੀ ਗਤੀ ਖਤਮ ਕਰਨੀ ਆ। ਫਿਰ ਅਸੀਂ ਸਮਝਾਂਗੇ ਕਿ ਸਾਡੀ ਪ੍ਰਭੂ ਨਾਲ ਜੁੜਨ ਵਾਸਤੇ ਕੁਛ ਨਾ ਕੁਛ ਪ੍ਰਾਪਤੀ ਹੋ ਜੂਗੀ। ਇਹ ਰਾਹੋਂ ਦੀ ਪੰਕਤੀ ਆ ਸੰਗਤ ਜੀ, ਤੋ ਇਹਦੀ ਵਿਚਾਰ ਕਰ ਲੈਂਦੇ ਆ ਜੀ, ਫਿਰ ਅੱਗੇ ਬਾਅਦ ਚੱਲਦੇ ਆ ਜੀ। ਹਾਂਜੀ ਠੀਕ ਹੈ ਜੀ। ਹੁਣ ਸੰਗਤ ਜੀ ਦੇਖੋ, ਫਿਰ ਤੁਕ ਚ ਸਮਝਾ ਰਹੇ ਨੇ ਸਾਨੂੰ, ਕਹਿੰਦੇ ਸੰਤੋ ਮਨ ਪਵਨੇ ਸੁਖ ਬਣਿਆ। ਸੁਖ ਦਾ ਮਤਲਬ ਪਤਾ ਕੀ ਹੈ? ਤੁਰਿਆ ਜਿਹੜੀ ਅਵਸਥਾ ਹੈ ਉਹ ਸੁਖ ਆ। ਵੈਸੇ ਸੁਖਾਪਤੀ ਵਿੱਚ ਵੀ ਸੁਖ ਆ, ਪਰ ਉਦੋਂ ਆਪਾਂ ਬੇਹੋਸ਼ ਹੁੰਦੇ ਹਾਂ, ਆਪਾਂ ਨੂੰ ਹੋਸ਼ ਨਹੀਂ ਹੁੰਦੀ। ਉਹਦਾ ਮਨ ਕਿੱਥੇ ਰੁਕਦਾ? ਤੁਸੀਂ ਅੱਖਾਂ ਬੰਦ ਕੀਤੀਆਂ, ਮਨ ਇੱਕ ਤੇ ਸੁਪਨਿਆਂ ਦਾ ਸੰਸਾਰ ਰਚ ਕੇ ਬਹਿ ਜਾਂਦਾ, ਪਰ ਉੱਥੇ ਬੁੱਧੀ ਨਹੀਂ ਹੁੰਦੀ। ਬੁੱਧੀ ਦੇ ਲਈ ਤੁਹਾਨੂੰ ਜਾਗਣਾ ਪਵੇਗਾ, ਤੁਹਾਡੀ ਜਾਗਰਤ ਅਵਸਥਾ ਦੀ ਲੋੜ ਹੈ। ਕਿਉਂਕਿ ਇਸੇ ਕਰਕੇ ਤੁਸੀਂ ਦੇਖੋਗੇ ਨਾ, ਸੁਪਨੇ ਜਿਹੜੇ ਊਠ ਪਟਾਂਗ ਜਿਹੇ ਹੁੰਦੇ ਆ, ਉਹਨਾਂ ਤੇ ਨਾ ਲੌਜਿਕ ਨਹੀਂ ਹੁੰਦਾ, ਅਜੀਬੋ ਜੀ ਗਰੀਬ ਕਿਸਮ ਦੀਆਂ ਚੀਜ਼ਾਂ ਹੁੰਦੀਆਂ। ਪਰ ਉੱਥੇ ਕੀ ਹੁੰਦਾ ਵਾ, ਸੁਪਨਾ ਹੈਗਾ, ਸਭ ਕੁਛ ਹੈਗਾ, ਪਰ ਉੱਥੇ ਬੁੱਧੀ ਨਹੀਂ ਹੈਗੀ। ਇਸ ਕਰਕੇ ਸਾਰੀਆਂ ਚੀਜ਼ਾਂ ਇੱਧਰ ਉੱਧਰ ਖਿਲਰੀਆਂ ਪਈਆਂ। ਹੁਣ ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਉਹ ਕਹਿ ਰਹੇ ਸੰਤੋ ਮਨ ਪਵਨੇ ਸੁਖ ਬਣਿਆ। ਜਿਹੜਾ ਮਨ ਪਵਨ ਵਰਗਾ ਸੀ, ਜਿਹੜਾ ਅਸ਼ਾਂਤ ਸੀ, ਜਿਹੜਾ ਇੱਕਦਮ ਤਰੰਗਾਂ ਦੇ ਨਾਲ ਭਰਿਆ ਪਿਆ ਸੀ, ਹੁਣ ਉਸ ਮਨ ਦੇ ਵਿੱਚ ਕੀ ਹੋ ਗਿਆ? ਸੁਖ ਬਣ ਗਿਆ। ਸੁਖ ਦਾ ਮਤਲਬ ਉਹ ਸਥਿਰ ਹੋ ਗਿਆ, ਹੁਣ ਸਹਿਜ ਅਵਸਥਾ ਚ ਜਾ ਰਿਹਾ ਹੈ ਹੁਣ। ਔਰ ਜਿਵੇਂ ਜਿਵੇਂ ਤੁਹਾਡਾ ਮਨ ਇਕਾਗਰ ਹੁੰਦਾ ਗਿਆ, ਤਿਵੇਂ ਤਿਵੇਂ ਆਪ ਜੀ ਦੇ ਜੀਵਨ ਚ ਸੁੱਖ ਆ ਜਾਏਗਾ। ਇਹਦੇ ਵਿੱਚ ਦੋ ਰਿਆ ਨਹੀਂ ਹੈਗੀ। ਅੱਜ ਮੀਂਹ ਪੈ ਗਿਆ ਤੇ ਅੱਜ ਹੀ ਚਿੱਕੜ ਹੋਵੇਗਾ। ਤੁਸੀਂ ਅੱਜ ਅੱਧਾ ਘੰਟਾ ਸਮਾਧੀ ਵਿੱਚ ਪ੍ਰਵੇਸ਼ ਕੀਤਾ, ਨਿਰਵਿਚਾਰ ਹੋ ਗਏ, ਉਸ ਦਿਨ ਤੁਸੀਂ ਆਪਣਾ ਜੀਵਨ ਵੇਖਿਓ, ਇੱਕਦਮ ਖੇੜੇ ਚ ਰਹੇਗਾ। ਬਹੁਤ ਵੱਡੀ ਪ੍ਰਾਪਤੀ ਹੈ। ਕਹਿੰਦੇ ਆ ਕੁਛ ਜੋਗ ਪ੍ਰਾਪਤ ਗਣਿਆ। ਹੁਣ ਜਿੰਨਾ ਚਿਰ ਤੱਕ ਤੁਹਾਡਾ ਮਨ ਹੀ ਸ਼ਾਂਤ ਨਹੀਂ ਹੋ ਰਿਹਾ, ਤੇ ਕੀ ਪ੍ਰਾਪਤੀ ਹੈਗੀ? ਕੱਲ ਬਾਣੀ ਚ ਕਹਿੰਦਾ ਪੜ੍ਹੇ ਲਿਖੇ ਕਿਆ ਹੋਏ, ਜੇ ਸਾਹਿਬ ਨਾ ਮਿਲਿਆ ਸੋਏ। ਕਿ ਤੇਰੇ ਪੜ੍ਹਨ ਲਿਖਣ ਦੇ ਨਾਲ ਕੀ ਹੋਏਗਾ ਜੇ ਤੇਰਾ ਮਨ ਹੀ ਸ਼ਾਂਤ ਨਹੀਂ ਹੋ ਰਿਹਾ? ਕਿਉਂਕਿ ਮਨ ਨੂੰ ਸ਼ਾਂਤ ਕਰ ਦੇਣਾ ਹੀ ਬਹੁਤ ਵੱਡੀ ਗੱਲ ਹੈ। ਜੇਕਰ ਆਪਣਾ ਮਨ ਸ਼ਾਂਤ ਨਹੀਂ ਹੋ ਰਿਹਾ, ਮਨ ਆਪਣਾ ਅਸ਼ਾਂਤ ਹੋ ਰਿਹਾ, ਤੇ ਫਿਰ ਭਾਵੇਂ ਆਪਾਂ ਜੋ ਵੀ ਕੁਝ ਕਰ ਰਹੇ ਹਾਂ, ਇਹ ਤਾਂ ਮਤਲਬ ਉਹ ਚੀਜ਼ ਸਾਡੀ ਮਦਦ ਨਹੀਂ ਕਰ ਰਹੀ, ਉਹਦੇ ਕਰਕੇ ਅਸ਼ਾਂਤੀ ਵੱਧ ਰਹੀ ਹੈ, ਫਾਇਦਾ ਨਹੀਂ ਹੋ ਰਿਹਾ। ਜਿੱਦਾਂ ਆਪਾਂ ਦਵਾਈ ਖਾਧੀ ਹੈ ਤੇ ਬੁਖਾਰ ਉਤਰਨਾ ਚਾਹੀਦਾ ਨਾ। ਹੁਣ ਇਹਦਾ ਮਤਲਬ ਥੋੜੀ ਕਿ ਆਪਾਂ ਦਵਾਈ ਖਾਈ ਜਾਈਏ ਤੇ ਬੁਖਾਰ ਹੀ ਨਾ ਉਤਰੇ, ਤੇ ਫਾਇਦਾ ਕੀ ਹੋਇਆ? ਇਸੇ ਹੀ ਤਰ੍ਹਾਂ ਜਦੋਂ ਆਪ ਨੇ ਬੰਦਗੀ ਕੀਤੀ, ਭਗਤੀ ਕੀਤੀ ਵਿਧੀ ਅਨੁਸਾਰ, ਤੁਹਾਡੇ ਮਨ ਨੇ ਸ਼ਾਂਤ ਹੋਣਾ ਹੈ। ਔਰ ਮਨ ਸ਼ਾਂਤ ਹੋ ਗਿਆ ਤੇ ਕਬੀਰ ਜੀ ਕਹਿੰਦੇ ਆ ਪ੍ਰਾਪਤੀ ਹੋ ਗਈ। ਆ ਵੇਖ ਲਓ, ਤੁਕ ਚ ਕਹਿ ਰਹੇ ਨੇ, ਕਹਿੰਦੇ ਕੁਛ ਜੋਗ ਪ੍ਰਾਪਤ ਗਣਿਆ। ਫਿਰ ਪਤਾ ਲੱਗਦਾ ਕਿ ਕੁਛ ਤੈਨੂੰ ਪ੍ਰਾਪਤ ਹੋਇਆ। ਜੇ ਤੇਰਾ ਮਨ ਹੀ ਸ਼ਾਂਤ ਨਹੀਂ ਆ, ਤੇ ਫਿਰ ਬੇਸ਼ੱਕ ਤੂੰ ਜੋ ਮਰਜ਼ੀ ਕਰ ਰਿਹਾ, ਸਾਰਾ ਦਿਨ ਕੁਛ ਵੀ ਬੋਲ ਰਹੇ ਆ ਜਾਂ ਪੜ੍ਹ ਰਹੇ ਆ, ਇਹਦਾ ਮਤਲਬ ਕੁਛ ਗੜਬੜ ਹੈਗੀ ਹੈ, ਹਜੇ ਤੇਰੀ ਅਵਸਥਾ ਨਹੀਂ ਬਣੀ। ਹਾਂਜੀ ਨਿੱਜਰ ਸਾਹਿਬ ਅਗਲੀ ਤੁਕ ਬੋਲੋ। ਹਾਂਜੀ ਸੰਗਤ ਜੀ, ਅਗਲੇ ਜਿਹੜਾ ਬੰਦ ਆ ਜੀ 4 ਤੁਕਾਂ ਦਾ, ਉਹਦੇ ਚ ਇਹੀ ਦੱਸ ਰਿਹਾ ਕਿ ਜਿਹੜਾ ਮਨ ਜਿਹੜਾ ਤੇਰਾ ਭਟਕ ਰਿਹਾ ਹੈਗਾ, ਇਸ ਨੂੰ ਮਤਲਬ ਕਿਵੇਂ ਉਹ ਤਰੀਕਾ ਦੱਸ ਰਹੇ ਆ ਇਹਦੇ ਵਿੱਚ ਕਬੀਰ ਜੀ
ਵੀ ਜਦੋਂ ਗੁਰੂ ਨੂੰ ਮੈਂ ਮਤਲਬ ਮਿਲਿਆ, ਗੁਰੂ ਦੇ ਚਰਨਾਂ 'ਚ ਗਿਆ, ਗੁਰੂ ਨੂੰ ਬੇਨਤੀ ਕੀਤੀ ਤੇ ਸੱਚੇ ਦਿਲੋਂ ਜਦੋਂ ਮੈਂ ਬੇਨਤੀ ਕੀਤੀ ਤਾਂ ਗੁਰੂ ਨੇ ਮੈਨੂੰ ਰਸਤਾ ਦਿਖਾਇਆ। ਗੁਰ ਦਿਖਲਾਈ ਮੋਰੀ, ਗੁਰੂ ਨੇ ਮੈਨੂੰ ਉਹ ਮੋਰੀ ਜਿਹੜੀ ਮੇਰੀ ਚੋਰ ਮੋਰੀ ਸੀ, ਜਿੱਥੋਂ ਮੇਰੀ ਪ੍ਰਾਣ ਸ਼ਕਤੀ ਨਿਕਲ ਰਹੀ ਸੀਗੀ, ਜਦੋਂ ਗੁਰੂ ਨੇ ਮੈਨੂੰ ਗਿਆਨ ਦਿੱਤਾ, ਜਿਤ ਮਾਰਗ ਪੜਤ ਹੈ ਚੋਰੀ, ਜਿਹੜੀ ਮੋਰੀ ਰਾਹੀਂ ਮਿਰਗ ਉਹ ਚੋਰੀ ਕਰਦੇ ਜੀ। ਮਿਰਗ ਦਾ ਮਤਲਬ ਹੋ ਗਿਆ ਇੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਚੋਰ ਮੋਰੀਆਂ ਕਿਹੜੀਆਂ ਸਾਡੀਆਂ, ਜਿਵੇਂ ਅੱਖਾਂ ਨੇ, ਕੰਨ ਹੈਗੇ, ਜ਼ੁਬਾਨ ਹੈਗੀ, ਇਹਨਾਂ ਦੇ ਰਾਹੀਂ ਜੋ ਸਾਡੇ ਕਾਮ ਸੀ, ਕ੍ਰੋਧ ਸੀ, ਲੋਭ ਸੀ, ਉਹ ਚੋਰੀ ਕਰਦੇ ਸੀ ਮੋਰੀਆਂ ਰਾਹੀਂ। ਤਾਂ ਗੁਰੂ ਨੇ ਦਿਖਲਾਤਾ ਵੀ ਆਹ ਜਿਹੜੇ ਤੇਰੇ ਹੈਗੇ ਆ, ਜਿਵੇਂ ਤੇਰੀਆਂ ਅੱਖਾਂ ਹੈਗੀਆਂ, ਇਹਨਾਂ ਨੂੰ ਤੂੰ ਇਸ ਤਰ੍ਹਾਂ ਦੇਖਣਾ ਤਾਂ ਹੈਗਾ ਇਹਨਾਂ ਨੂੰ, ਪਰ ਇਹਦੇ ਵਿੱਚ ਤੈਂ ਇਹਨਾਂ ਨੂੰ ਕਿਤੇ ਟਿਕਾਉਣਾ ਨਹੀਂ, ਕਿਤੇ ਵਿਚਾਰ ਨਹੀਂ ਲਿਆਉਣੇ, ਪਰਾਏ ਧਨ ਤੇ ਜਾਂ ਪਰਾਏ ਤਨ ਤੇ ਜਾਂ ਪਰਾਏ ਧਨ ਤੇ ਉਹਦਾ ਤੂੰ ਲਾਲਚ ਨਹੀਂ ਕਰਨਾ। ਤੂੰ ਦੇਖ ਕੇ ਤੇਰੀ ਨਿਗਾਹ ਨਹੀਂ ਟਿਕਣੀ ਚਾਹੀਦੀ, ਤਾਂ ਕਿ ਤੇਰੇ ਮਨ ਦੇ ਅੰਦਰ ਵਿੱਚ ਵਿਚਾਰ ਜਾਣ। ਅਸੀਂ ਕੀ ਕਰਦੇ ਹਾਂ, ਪਰਾਇਆ ਧਨ ਦੇਖ ਕੇ ਉਹਦੇ ਅੰਦਰ ਸੋਚਣ ਲੱਗ ਜਾਂਦੇ ਆ, ਉਹਦੀ ਇੱਕ ਸਟੋਰੀ ਬਣਾ ਲੈਂਦੇ ਆ ਬਈ ਉਹਦੇ ਨਾਲ ਤੇਰੇ ਜਿਹੜੇ ਸੰਸਕਾਰ ਬਣਨਗੇ। ਵੈਸੇ ਤਾਂ ਅੱਖਾਂ ਨਾਲ ਦੇਖਣਾ ਹੀ ਹੈਗਾ, ਸੁਣਨਾ ਵੀ ਹੈਗਾ, ਯਾਨੀ ਉਹ ਤੂੰ ਗੰਦੇ ਗੀਤ, ਗੰਦੀ ਚੀਜ਼, ਉਹ ਪਰਾਈ ਨਿੰਦਿਆ ਨਹੀਂ ਸੁਣਨੀ ਗੀ। ਤੋ ਇਹ ਗੁਰੂ ਜੀ ਨੇ ਗਿਆਨ ਦਿੱਤਾ ਮੈਨੂੰ, ਉਹ ਰਸਤਾ ਦਿਖਾਤਾ ਵੀ ਆਹ ਮੋਰੀ ਹੈ ਜਿਹੜੀ, ਇਹ ਬੰਦ ਕਰਨੀ ਪਊ। ਇੱਥੋਂ ਤੇਰੇ ਜਿਹੜੇ ਉਹ ਮਿਰਗ ਹੈਗੇ ਆ, ਉਹ ਚੋਰ ਆ ਜਿਹੜੇ, ਉਹ ਚੋਰੀ ਕਰਦੇ ਆ, ਤੇ ਉਹ ਬੰਦ ਕਰਨੇ ਪੈਣਗੇ। ਮੂੰਦ ਲਈਏ ਦਰਵਾਜ਼ੇ, ਬਾਜੀ ਲੈ ਆਣਾ ਉੱਤੇ। ਜਦੋਂ ਫਿਰ ਮੈਂ ਗੁਰੂ ਜੀ ਦੀ ਸਿੱਖਿਆ ਲੈ ਕੇ ਆਪਣੇ ਇਹਨਾਂ ਤੇ ਕੰਟਰੋਲ ਕੀਤਾ, ਆਪਣੇ ਜਿਹੜੇ ਮੇਰੀਆਂ ਮੋਰੀਆਂ ਨੇ, ਮੇਰੇ ਗਿਆਨ ਅੰਦਰੇ ਆ, ਜਦੋਂ ਇਹਨਾਂ ਨੂੰ ਮੈਂ ਮੁੰਦ ਲਿਆ ਮਤਲਬ ਪਕਾਰਾਂ ਤੋਂ ਮੁੰਦ ਲਿਆ, ਵੈਸੇ ਹੀ ਤਾਂ ਦੇਖਣਾ ਹੈਗਾ, ਲੇਕਿਨ ਉਹਨਾਂ ਰਾਹੀਂ ਜਿਹੜੇ ਮੇਰੇ ਉਹ ਚੋਰ ਪੈਂਦੇ ਜੀ, ਚੋਰਾਂ ਤੋਂ ਮੈਂ ਬੰਦ ਕਰ ਲਏ। ਤੇ ਜਦੋਂ ਉਹ ਸਾਰਾ ਬੰਦ ਹੋ ਗਿਆ, 9 ਦਰਵਾਜ਼ੇ ਬੰਦ ਕੀਤੇ ਤੇ 10ਵਾਂ ਦਵਾਰ ਫਿਰ ਖੁੱਲਣਾ ਹੀ ਸੀਗਾ। ਬਾਜੀ ਲੈ ਆਣਾ ਦਰਵਾਜ਼ੇ। ਫਿਰ ਗੁਰੂ ਜੀ ਨੇ ਮਿਹਰ ਕੀਤੀ ਕਿ ਮੇਰੇ ਅੰਦਰ ਉਹ ਨਾਮ ਦੇ ਬਾਜੇ, ਨਾਮ ਦੀ ਧੁਨ, ਅਨਹਦ ਧੁਨੀ ਉਹ ਵੱਜਣ ਲੱਗ ਗਈ। ਤੇ ਉਹਦੇ ਵਿੱਚ ਇਹੀ ਗੁਰੂ ਜੀ ਕਹਿ ਰਿਹਾ ਵੀ ਤੈਨੂੰ ਆਪਦੇ ਜਿਹੜੇ ਇਹ ਤੇਰੇ ਇੰਦਰੇ ਹੈਗੇ ਆ, ਇਹ ਜਿਹੜੀਆਂ ਤੇਰੀਆਂ ਮੋਰੀਆਂ ਹੈ, ਇਹਨਾਂ ਨੂੰ ਬੰਦ ਕਰਨੀਆਂ ਪੈਣੀਆਂ, ਉਸ ਤੋਂ ਬਾਅਦ ਹੀ ਤੈਨੂੰ ਕੁਛ ਪ੍ਰਾਪਤੀ ਹੋਊਗੀ। ਗੁਰਦਖਲਾਈ ਮੋਰੀ ਜੀ। ਹਾਂਜੀ ਗਿੱਲ ਸਾਹਿਬ ਬੋਲੀਏ। ਗਿੱਲ ਸਾਹਿਬ ਮੇਰੀ ਆਵਾਜ਼ ਆ ਰਹੀ ਹੈ? ਹੁਣ ਆ ਰਹੀ ਹੈ ਜੀ। ਠੀਕ ਹੈ ਜੀ। ਅੱਛਾ, ਇਹ ਦੇਖੋ ਸਾਧ ਸੰਗਤ ਜੀ ਫੇਰ ਕਹਿ ਰਹੇ ਨੇ ਆਪਾਂ ਨੂੰ ਕਿ ਗੁਰ ਦਿਖਲਾਈ ਮੋਰੀ। ਮੋਰੀ ਦਾ ਇੱਥੇ ਮਤਲਬ ਹੈਗਾ ਹੈ ਕਮਜ਼ੋਰੀ ਜਾਂ ਕਮਜ਼ੋਰੀਆਂ। ਜਿੱਦਾਂ ਇੱਕ ਘਰ ਦੇ ਵਿੱਚ ਆਪਾਂ ਰਹਿੰਦੇ ਹਾਂ ਤੇ ਉਸ ਘਰ ਦੇ ਵਿੱਚ ਕਈ ਵੀਕ ਪੁਆਇੰਟ ਹੁੰਦੇ ਆ, ਜਿੱਥੋਂ ਆਸਾਨੀ ਦੇ ਨਾਲ ਦਾਖਲ ਕੀਤਾ ਜਾ ਸਕਦਾ ਜਾਂ ਦਾਖਲ ਹੋਇਆ ਜਾ ਸਕਦਾ। ਉਸੇ ਹੀ ਤਰ੍ਹਾਂ ਜਿੱਦਾਂ ਆਪਣਾ ਸਰੀਰ ਆ, ਜਦੋਂ ਆਪਾਂ ਸੰਗਤ 'ਚ ਜਾਂਦੇ ਹਾਂ ਤੇ ਸੰਗਤ ਇਹ ਦੱਸਦੇ ਨੇ ਕਿ ਤੇਰੇ ਸਰੀਰ ਦੇ ਅੰਦਰ ਜਿਹੜੇ ਤੇਰੇ ਗਿਆਨ ਇੰਦਰੀ ਆ ਨਾ, ਇਹਨਾਂ ਦੇ ਅੰਦਰ ਹੀ ਸਾਰੀ ਕਹਾਣੀ ਹੈ, ਔਰ ਔਗਣ ਵੀ ਤੇਰੇ ਇਹਨਾਂ ਦੇ ਰਾਹੀਂ ਪ੍ਰਵੇਸ਼ ਕਰਦੇ ਨੇ ਤੇਰੇ ਅੰਦਰ। ਜਿਹੜੇ ਆਪਣੀਆਂ ਸੈਂਸ ਹੈਗੀਆਂ ਨੇ, ਆਪਣੀਆਂ ਸੈਂਸ ਹੈ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹਦੇ ਪਿੱਛੇ ਹੀ ਸਾਰੀ ਖੇਡ ਹੈਗੀ ਹੈ। ਇਹ ਕਹਿੰਦੇ ਜਿਤ ਮਾਰਗ ਪੜਤ ਹੈ ਚੋਰੀ, ਜਿਤ ਮਾਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ। ਹੁਣ ਕਹਿੰਦੇ ਕਿ ਜਿੱਥੋਂ ਉਹ ਦਰਵਾਜ਼ਿਆਂ ਦੇ ਰਾਹੀਂ ਔਗਣ ਮੇਰੇ ਅੰਦਰ ਪ੍ਰਵੇਸ਼ ਕਰਦੇ ਸੀ, ਹੁਣ ਮੈਂ ਕੀ ਕਰ ਲਿਆ ਕਿ ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਲਿਆ। ਠੀਕ ਹੈ ਜੀ। ਹੁਣ ਬੰਦ ਕੀਤਾ ਤੇ ਕੀ ਹੋਊਗਾ? ਹੁਣ ਤੁਸੀਂ ਇੱਕ ਚੀਜ਼ ਨੂੰ ਦੇਖੋ, ਮੰਨ ਲਓ ਆਪਣੇ ਘਰ 'ਚ ਮੈਂ ਕਣਕ ਲੈ ਕੇ ਆਉਣਾ, ਰੋਜ਼ ਦੀ 40-50 ਕਿਲੋ ਕਣਕ ਲੈ ਕੇ ਆਉਣਾ। ਹੁਣ ਏਦਾਂ ਹੁੰਦਾ ਹੈ ਕਿ ਮੈਂ ਤੇ ਰੋਜ਼ ਦੀ ਬੋਰੀ ਭਰ ਕੇ ਲਿਆਉਣਾ,
ਪਰ ਮੈਨੂੰ ਪਤਾ ਹੀ ਨਹੀਂ ਉਹ ਕਣਕ ਕੋਈ ਚੋਰੀ ਕਰੀ ਜਾ ਰਿਹਾ। ਹੁਣ ਇਸੇ ਹੀ ਤਰ੍ਹਾਂ ਜਦੋਂ ਮੇਰੀ ਕਣਕ ਚੋਰੀ ਨਹੀਂ ਹੁੰਦੀ ਕਿ ਮੇਰੇ ਘਰੇ ਕੀ ਹੋਊਗਾ, ਸਟਾਕ ਹੋਣਾ ਸ਼ੁਰੂ ਹੋ ਜਾਏ। ਸਾਡੀਆਂ ਇੰਦਰੀਆਂ ਜਦੋਂ ਰਸਾਂ ਦੇ ਅੰਦਰ ਨਹੀਂ ਜਾਂਦੀਆਂ, ਭੋਗਾਂ 'ਚ ਨਹੀਂ ਜਾਂਦੀਆਂ, ਫਿਰ ਸਾਡੇ ਅੰਦਰ ਇੱਕ ਧਿਆਨ ਰੂਪੀ ਅੰਮ੍ਰਿਤ ਹੈ ਜਿਹੜਾ ਜਮਾ ਹੋਣ ਲੱਗ ਜਾਂਦਾ ਹੈ। ਜਿਵੇਂ ਤੁਹਾਡੀ ਸੁਰਤੀ ਨਿਰਵਿਚਾਰ ਹੋ ਕੇ ਆਪਣੇ ਆਪ 'ਚ ਸਥਿਰ ਹੋਣ ਲੱਗ ਗਈ, ਤੁਹਾਡੇ ਅੰਦਰ ਜਿਹੜਾ ਖੇੜਾ ਵੱਧਦਾ ਜਾਵੇ। ਜਿਵੇਂ ਜਿਵੇਂ ਤੁਸੀਂ ਧਿਆਨ ਦੇ ਗਹਿਰੇ ਤਲਾਂ 'ਚ ਪ੍ਰਵੇਸ਼ ਕੀਤਾ, ਉਹਦੇ ਨਾਲ ਖੇੜੇ ਦੇ ਅੰਦਰ ਹੋਰ ਗਹਿਰਾਈ ਆਵੇਗੀ। ਫਿਰ ਉਹ ਕਹਿ ਰਹੇ ਨੇ ਕਿ ਮੂੰਹ ਦੇ ਲਈ ਦਰਵਾਜ਼ੇ। ਮੈਂ ਫਰਕ ਕੀਤਾ ਕਿ ਜਿਹੜੇ ਵੀਕ ਪੁਆਇੰਟ ਸੀ, ਦਰਵਾਜ਼ੇ ਸੀ, ਉਹ ਉਹਨੇ ਦੱਸੇ ਵੀ ਕਿ ਤੇਰੀਆਂ ਅੱਖਾਂ, ਤੇਰੇ ਕੰਨ, ਤੇਰਾ ਮੂੰਹ, ਤੇਰੀਆਂ ਨਾਸਕਾਂ ਤੇ ਤੇਰੀਆਂ ਕਾਮ ਇੰਦਰੀ, ਇਹਨਾਂ ਦੇ ਰਾਹੀਂ ਕੀ ਹੁੰਦਾ ਹੈ ਕਿ ਤੇਰੀ ਜਿਹੜੀ ਨਾ ਚੋਰੀ ਹੋ ਰਹੀ ਹੈ। ਤੇ ਫਿਰ ਮੈਂ ਕੀ ਕੀਤਾ, ਇਹਨਾਂ ਦਾ ਦੁਰਪ੍ਰਯੋਗ ਕਰਨਾ ਬੰਦ ਕਰਤਾ। ਓਨਾ ਹੀ ਪ੍ਰਯੋਗ ਕਰਦਾ ਜਿੰਨੀ ਲੋੜ ਹੈ। ਪਹਿਲਾਂ ਮੈਂ ਲੋਕਾਂ ਦੀ ਨਿੰਦਿਆ ਵੀ ਕਰਦਾ ਸਾਂ, ਹੁਣ ਮੈਂ ਨਿੰਦਿਆ ਨਹੀਂ ਕਰਦਾ। ਮੂੰਹ 'ਚ ਲੈਣਾ ਮਤਲਬ ਬੰਦ ਕਰ ਦੇਣਾ, ਮਤਲਬ ਇਹੋ ਹੀ ਆ। ਪਹਿਲਾਂ ਮੈਂ ਕੀ ਕਰਦਾ ਸਾਂ, ਮੂੰਹ ਦੇ ਵਿੱਚ ਜੋ ਵੀ ਆਉਂਦਾ ਸੀ ਮੈਂ ਬੋਲ ਦਿੰਦਾ ਸਾਂ, ਪਰ ਮੈਂ ਹੁਣ ਨਹੀਂ ਬੋਲਦਾ। ਓਨਾ ਹੀ ਬੋਲਣਾ ਜਿੰਨਾ ਲੋੜ ਹੈ। ਕੰਨਾਂ ਦੇ ਨਾਲ ਮੈਂ ਪਰਾਈ ਨਿੰਦਿਆ ਨਹੀਂ ਸੁਣਦਾ। ਇਹ ਵੀ ਇਹੋ ਹੀ ਤਰੀਕਾ ਹੈ। ਹੋਰ ਇੱਥੇ ਕੰਨ 'ਚ ਆਪਾਂ ਕੋਈ ਰੂੰ ਥੋੜੀ ਤੁੰਨ ਸਕਦੇ ਹਾਂ। ਇਹ ਮਤਲਬ ਜਿਹੜੀਆਂ ਇੰਦਰੀਆਂ ਵਾ ਉਹਨਾਂ ਨੂੰ ਗਲਤ ਕੰਮ ਕਰਨ ਤੋਂ ਰੋਕਣਾ ਹੈ। ਹੁਣ ਕੰਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਬੰਦ ਤੇ ਨਹੀਂ ਕਰ ਸਕਦੇ, ਉਹ ਤੇ ਇੱਕ ਸਾਡੀ ਇੱਕ ਸੁੱਖ ਵਾਸਤੇ ਚੀਜ਼ ਦਿੱਤੀ ਆ, ਪਰ ਜਦੋਂ ਅਸੀਂ ਗਲਤ ਪ੍ਰਯੋਗ ਕਰਦੇ ਹਾਂ ਉਹਦੇ ਨਾਲ ਸੰਸਕਾਰ ਪੈਦਾ ਹੁੰਦੇ। ਕਹਿੰਦੇ ਮੈਂ ਬੰਦ ਕਰ ਲਏ। ਫਿਰ ਕਹਿੰਦੇ ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਭਾ ਕਰਿਆ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਵੀਰ ਜੀ, ਕੁੰਭ ਕਮਲ ਜਲ ਭਰਿਆ। ਕੁੰਭ ਘੜੇ ਨੂੰ ਕਹਿੰਦੇ ਆ, ਕਮਲ ਆਪਣੇ ਹਿਰਦੇ ਨੂੰ ਕਹਿੰਦੇ ਆ। ਵੀ ਜਿਹੜਾ ਮੇਰਾ ਹਿਰਦਾ ਰੂਪੀ ਘੜਾ, ਉਹਦੇ 'ਚ ਜਿਹੜਾ ਵੀ ਜਲ ਭਰਿਆ ਹੋਇਆ ਜੀ, ਕਿਉਂਕਿ ਮੇਰੇ ਹਿਰਦੇ ਵਿੱਚ ਵਿਕਾਰ ਭਰੇ ਹੋਏ ਸੀਗੇ ਸਾਰੇ। ਤੇ ਜਦੋਂ ਗੁਰੂ ਦਾ ਗਿਆਨ ਲੈ ਕੇ ਉਹ ਮੈਂ ਵਿਕਾਰ ਜਿਹੜੇ ਖਤਮ ਕੀਤੇ, ਜਲ ਮੇਟਿਆ, ਜਿਹੜਾ ਵਿਕਾਰਾਂ ਦਾ ਜਲ ਸੀਗਾ, ਜਦੋਂ ਮੈਂ ਆਪਣਾ ਹਿਰਦਾ ਕਮਲ ਘੜੇ 'ਚੋਂ ਵਿਕਾਰ ਖਤਮ ਕਰ ਦਿੱਤੇ, ਉਭਾ ਕਰਿਆ, ਤਾਂ ਮੇਰਾ ਜਿਹੜਾ ਹਿਰਦਾ ਸੀ ਉਹ ਨਿਰਮਲ ਹੋ ਗਿਆ। ਮਤਲਬ ਜੋ ਮਨ ਸੀ, ਹਿਰਦਾ ਸੀਗਾ, ਇਹਦੇ ਵਿੱਚ ਜਿੰਨੇ ਵੀ ਵਿਕਾਰ ਸੀ, ਜਿੰਨੀਆਂ ਵੀ ਗਲਤ ਸੋਚਣੀਆਂ ਸੀ, ਕਿਉਂਕਿ ਜਦੋਂ ਦਰਵਾਜ਼ੇ ਬੰਦ ਕਰ ਲਏ, ਕੋਈ ਭੈੜੀ ਚੀਜ਼ ਆਉਣੀ ਨਹੀਂ, ਭੈੜਾ ਖਿਆਲ ਹੀ ਨਹੀਂ ਆਉਣਾਗਾ, ਨਾ ਮੋਹ ਆਉਣਾ, ਨਾ ਕੋਈ ਲੋਭ ਆਉਣਾ, ਤੇ ਫਿਰ ਉਹ ਖਤਮ ਹੋ ਜਾਂਦਾ। ਉਹ ਜਿਹੜਾ ਜਲ ਸੀ ਮੋਹ ਦਾ, ਕਾਮ ਦਾ, ਉਹ ਮੈਂ ਸਾਰਾ ਖਤਮ ਕਰਤਾ ਗੁਰੂ ਦੇ ਉਪਦੇਸ਼ ਦੇ ਮੁਤਾਬਕ। ਤੇ ਫਿਰ ਜਦੋਂ ਮੇਰਾ ਹਿਰਦਾ ਸਾਫ਼ ਹੋ ਗਿਆ, ਫਿਰ ਪ੍ਰਭੂ ਨੇ ਕਿਰਪਾ ਕਰ ਦਿੱਤੀ ਤੇ ਉਹਦੇ ਵਿੱਚ ਉਸ ਨੂੰ ਨਾਮ ਨਾਲ ਭਰ ਦਿੱਤਾ। ਕਹੋ ਕਬੀਰ ਜਨ ਜਾਣਿਆ। ਫਿਰ ਕੀ ਸੀ ਸਾਧਕ ਦਾ, ਉਹਨੂੰ ਤਜਰਬਾ, ਉਹਨੂੰ ਮਤਲਬ ਅਨੁਭਵ ਹੋ ਗਿਆ ਕਿ ਹਾਂ ਹੁਣ ਮੇਰੇ ਹਿਰਦੇ 'ਚ ਉਹ ਨਹੀਂ ਆ, ਮੇਰੇ ਹਿਰਦੇ ਵਿੱਚ ਤਾਂ ਪ੍ਰਭੂ ਵਸ ਗਿਆ, ਪ੍ਰਭੂ ਦੀ ਵਾਸ਼ਨਾ ਆਉਂਦੀ ਆ, ਉਹਨੂੰ ਸੁੱਖ ਮਿਲ ਗਿਆ, ਪਰਮਾਨੈਂਟ ਸੁੱਖ ਮਿਲ ਗਿਆ, ਉਸਨੂੰ ਆਨੰਦ ਮਿਲ ਗਿਆ। ਤੇ ਉਹਨੂੰ ਜਦੋਂ ਇਹ ਚੀਜ਼ ਦਾ ਆਪਣੇ ਅਨੁਭਵ ਨਾਲ ਉਸਨੇ ਜਾਣ ਲਿਆ, ਜੋ ਜਾਣਿਆ ਤੋ ਮਨ ਮਾਨਿਆ। ਫਿਰ ਉਹਦਾ ਮਨ ਸੀ ਜਿਹੜਾ ਮਾਨਿਆ, ਮਨ ਕੇ ਦਾ ਮਤਲਬ ਜਿਹੜਾ ਮਨ ਸੀਗਾ ਵਿਕਾਰਾਂ ਵਾਲਾ ਮਨ, ਉਹ ਖਤਮ ਹੋ ਗਿਆ। ਉਹ ਮਨ ਜਿਹੜਾ ਹੈਗਾ ਆਤਮਾ ਰੂਪੀ ਮਨ ਹੋ ਗਿਆ। ਮਨ ਤੋਂ ਜੋਤ ਸਰੂਪ ਹੈ, ਜੋਤ ਸਰੂਪ ਮਨ ਹੋ ਗਿਆ। ਜੋ ਜੋਤ ਸਰੂਪ ਹੋ ਗਿਆ ਤੇ ਟਿਕ ਗਿਆ, ਜੋ ਉਪਦੇਸ਼ ਸੀਗਾ ਗੁਰੂ ਜੀ ਦਾ ਮੰਨ ਕੇ, ਤੋ ਉਹ ਮਨ ਮੇਰਾ ਮਤਲਬ ਬਿਲਕੁਲ ਟਿਕ ਗਿਆ, ਸਥਿਰ ਹੋ ਗਿਆ, ਸ਼ਾਂਤੀ ਆ ਗਈ। ਤੇ ਮੈਨੂੰ ਮਤਲਬ ਪ੍ਰਮਾਤਮਾ ਦਾ ਜੋ ਆਨੰਦ ਸੀ, ਆਨੰਦ ਸੁਣਦਾ, ਦਰਸ਼ਨ ਹੁੰਦੇ ਆ, ਔਰ ਮੇਰਾ ਮਨ ਜਿਹੜਾ ਹੈਗਾ ਮਤਲਬ ਤੁਰੀਆ ਅਵਸਥਾ ਵਿੱਚ ਪਹੁੰਚ ਕੇ ਬਿਲਕੁਲ ਮੈਨੂੰ ਪੂਰਾ ਆਨੰਦ, ਉਹ ਜਿਹੜਾ ਸੁੱਖ ਸੀਗਾ ਹੈਗਾ, ਉਹ ਪੂਰਾ ਸੁੱਖ ਜੋ ਪਹਿਲੀ ਤੁਕ ਵਿੱਚ ਸੀਗਾ, ਮਨ ਪਵਨੇ ਸੁੱਖ ਬਣਿਆ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਗਿਆਨ ਦੇ ਅਨੁਸਾਰ ਕਮਾਈ ਕਰਕੇ ਤੇ ਮੇਰਾ ਮਨ ਜਿਹੜਾ ਹੈਗਾ ਉਹ ਸੁੱਖਾਂ ਨਾਲ, ਮੇਰਾ ਹਿਰਦਾ ਸੁੱਖਾਂ ਨਾਲ ਭਰ ਗਿਆ ਤੇ ਮੰਨ ਗਿਆ। ਮਤਲਬ ਮੈਂ ਜਾਣ ਲਿਆ ਮਨ ਨੂੰ, ਤੇ ਹੁਣ ਇਹ ਕੋਈ ਇੱਧਰ ਉੱਧਰ ਨਹੀਂ ਭੱਜਦਾ, ਭਟਕਦਾ ਨਹੀਂ ਹੈਗਾ। ਉਹ ਖਤਮ ਹੀ ਹੋ ਗਿਆ ਜਦੋਂ ਮਤਲਬ ਜੋ ਵੀ ਮੈਲ ਸੀਗੀ ਉੱਤੇ ਉਹ ਖਤਮ ਹੋ ਗਈ ਤੇ ਮੈਂ ਪਵਿੱਤਰ ਰਹਿਣ, ਮੇਰਾ ਹਿਰਦਾ ਪਵਿੱਤਰ ਹੋ ਗਿਆ। ਹੁਣ ਮੈਂ ਆਤਮਾ ਦੇ ਨਾਲ ਮਿਲ ਸਕਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਮੈਂ ਉਹ ਜਿਹੜਾ
ਨੁਕਸ ਸੀ ਉਹਨੂੰ ਠੀਕ ਕਰ ਲਿਆ। ਤੇ ਉਹਦੇ ਨਾਲ ਕੀ ਹੋ ਗਿਆ ਕਿ ਫਿਰ ਮੈਨੂੰ ਪਤਾ ਲੱਗ ਗਿਆ ਕਿ ਜਿਹੜਾ ਸਹੀ ਜੀਵਨ ਜਿਉਣਾ ਹੀ ਸਭ ਤੋਂ ਵੱਡੀ ਪਰਮਾਤਮਾ ਦੀ ਬਖਸ਼ਿਸ਼ ਹੈ। ਜਿਹੜਾ ਮੈਂ ਇੱਧਰ ਉੱਧਰ ਭਟਕ ਰਿਹਾ ਸੀ, ਔਗਣਾਂ ਦੇ ਵਿੱਚ ਕੰਮ ਕਰ ਰਿਹਾ ਸੀ, ਆਪਣਾ ਜੀਵਨ ਵੇਸਟ ਕਰ ਰਿਹਾ ਸੀ, ਔਰ ਜਦੋਂ ਮੈਂ ਉਹ ਕੰਮ ਕਰਨੇ ਬੰਦ ਕਰ ਦਿੱਤੇ ਤੇ ਮੇਰੀ ਜਿਹੜੀ ਯਾਤਰਾ ਉਹ ਆਤਮਾ ਵੱਲ ਹੋ ਗਈ। ਜੇ ਦੇਖੋ ਆਪਾਂ ਜਦੋਂ ਸਹੀ ਤਰ੍ਹਾਂ ਜੀਵਨ ਨੂੰ ਬਤੀਤ ਕਰਾਂਗੇ ਤੇ ਜੀਵਨ ਦੇ ਵਿੱਚ ਆਪਣੇ ਆਪ ਹੀ ਉਚਾਈ ਆਈ ਜਾਣੀ ਹੈ, ਕਿਉਂਕਿ ਪ੍ਰਕਿਰਤੀ ਦਾ ਨਿਯਮ ਆ, ਆਪਾਂ ਡਿਮਾਂਡ ਐਂਡ ਸਪਲਾਈ, ਜਿਹੜੀ ਚੀਜ਼ ਦੀ ਆਪਾਂ ਡਿਮਾਂਡ ਕਰਦੇ ਹਾਂ ਉਹੀ ਚੀਜ਼ ਸਾਨੂੰ ਮਿਲਦੀ ਹੈ। ਫਿਰ ਕਹਿੰਦੇ ਨੇ ਜੋ ਜਾਣਿਆ ਤੋ ਮਨ ਮਾਨਿਆ। ਤੇ ਫਿਰ ਇਹ ਜਿਹੜਾ ਮਨ ਜਾਣਦਾ ਕਿੱਥੇ ਹੈ ਕਿ ਜਦੋਂ ਆਪਾਂ ਭਗਤੀ ਕਰਦੇ ਹਾਂ ਨਿਰਵਿਚਾਰ ਹੁੰਦੇ ਆ। ਹੁਣ ਨਿਰਵਿਚਾਰ ਹੋਣ ਦੇ ਵਿੱਚ ਹੀ ਸਾਰੀ ਭੇਦ ਆਪਣੇ ਆਪ ਹੀ ਖੁੱਲ ਜਾਣੇ। ਅਗਰ ਆਪ 2-4 ਮਹੀਨੇ ਨਿਰਵਿਚਾਰ ਸਮਾਧੀ ਚ ਪ੍ਰਵੇਸ਼ ਕੀਤਾ ਤਾਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਆ ਜਾਣ, ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਔਰ ਜਿਹਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ ਜਿਹੜਾ ਵਿਵੇਕ ਪੈਦਾ ਹੁੰਦਾ ਹੈ, ਔਰ ਜਿਵੇਂ ਜਿਵੇਂ ਵਿਵੇਕ ਪੈਦਾ ਹੁੰਦਾ ਗਿਆ ਉਸ ਦੇ ਨਾਲ ਕੀ ਹੋਊਗਾ ਕਿ ਸਾਡਾ ਜੀਵਨ ਆਪਣੇ ਆਪ ਹੀ ਉੱਚਾ ਹੋ, ਔਰ ਸਾਡਾ ਜਿਹੜਾ ਮਨ ਹੈ ਜਿਹੜਾ ਪਵਨ ਦੀ ਤਰ੍ਹਾਂ ਹੀ ਉੱਡਿਆ ਫਿਰਦਾ ਉਹ ਸ਼ਾਂਤ ਹੋ ਕੇ ਬਹਿ ਜਾਏਗਾ ਤੇ ਤੁਹਾਡਾ ਮਨ ਕਿਸੇ ਵੀ ਤਰੀਕੇ ਨਾਲ ਉੱਡ ਨਹੀਂ ਸਕਦਾ। ਠੀਕ ਹੈ ਜੀ ਗਿੱਲ ਸਾਹਿਬ, ਅੱਜ ਦੀ ਵਿਚਾਰ ਇੱਥੇ ਹੀ ਬੰਦ ਕਰਦੀ ਆਪਾਂ। ਠੀਕ ਹੈ ਜੀ। ਇਹ ਵਾਲਾ ਸ਼ਬਦ ਜਿਹੜਾ ਕਬੀਰ ਸਾਹਿਬ ਦਾ ਜੋ ਟੋਟਲ ਆਤਮ ਗਿਆਨ ਦਾ ਨਾ ਇੱਕ ਨਿਚੋੜ ਹੈ, ਇਹਦੇ ਵਿੱਚ ਉਹਨੇ ਦੱਸਿਆ ਕਿ ਜਿਹੜੇ 9 ਦਰਵਾਜ਼ੇ ਜਿੱਦਾਂ ਹੀ ਮੈਂ ਬੰਦ ਕੀਤੇ ਤੇ 10ਵਾਂ ਗੁਰੂ ਨੇ ਉਹ ਮੋਰੀ ਦਿਖਾਤੀ ਤੇ ਉਹਨੇ ਮੈਨੂੰ ਦੱਸਿਆ ਕਿ ਵੀ ਤੇਰੇ ਜਿਹੜੇ ਬਾਹਰ ਨੂੰ એનર્ਜੀ ਬਾਹਰ ਵੇਸਟ ਹੋ ਰਹੀ ਸੀ ਜਿਹੜੀ ਉਹ ਪ੍ਰਮਾਤਮਾ ਦੀ, ਜਦੋਂ ਤੂੰ 9 ਦਰਵਾਜ਼ੇ ਬੰਦ ਕੀਤੇ ਤੇ 10ਵੇਂ ਦੇ ਥਰੂ ਫਿਰ ਉਹ ਉੱਪਰ ਨੂੰ ਜਾਣੀ ਸ਼ੁਰੂ ਹੋ ਗਈ। ਜੋ ਤੁਸੀਂ ਸਾਰਾ ਦੱਸਦੇ ਹੋ ਉਹ ਸਾਰੀ ਅਵਸਥਾ ਇਹਦੇ ਵਿੱਚ ਉਹਨਾਂ ਨੇ ਬਿਆਨ ਕੀਤੀ ਹੈ। ਅਖੀਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀ ਉਹ ਫਿਰ ਮੈਨੂੰ ਜਿਹੜਾ ਹੈਗਾ ਜਦ ਜਾਣਿਆ, ਫਿਰ ਉਹ ਅਨੁਭਵ ਪ੍ਰਕਾਸ਼ ਜਦੋਂ ਹੁੰਦਾ ਤੇ ਫਿਰ ਉਹ ਸਭ ਜਾਣਦਾ, ਫਿਰ ਉਹ ਦਿਖਦਾ, ਉਹਨੂੰ ਪਤਾ ਲੱਗਦਾ ਵੀ ਮੈਂ ਤਾਂ ਕੁਝ ਹੋਰ ਹੀ ਚੱਕਰ 'ਚ ਸੀ। ਇਹ ਅਸਲ ਪਰਮਾਤਮਾ ਤਾਂ ਇੱਥੇ ਆਤਮ ਗਿਆਨ ਦਾ ਇਹ ਆਪਣੇ ਆਤਮਾ ਦੇ ਦਰਸ਼ਨ ਹੁੰਦੇ ਆ। ਕੰਪਲੀਟ ਮਤਲਬ ਗਿਆਨ ਇਹਦੇ ਅੰਦਰ, ਇਹ ਸ਼ਬਦ ਦੇ ਅੰਦਰ ਆਇਆ। ਹਾਂਜੀ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਹਾਂ ਪਤਾ ਕੀ ਹੈ ਕਿ ਦੇਖੋ ਜੇਕਰ ਆਪਾਂ ਭਗਤੀ ਕਰਦੇ ਹਾਂ, ਨਾਮ ਅਭਿਆਸ ਕਰਦੇ ਹਾਂ, ਜਾਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ, ਆਖਰ ਤੇ ਜਿਹੜੀ ਗੱਲ ਖਤਮ ਹੋਣੀ ਉਹ ਤੁਹਾਡੇ ਕਰਮਾਂ ਤੇ ਖਤਮ ਹੋਣੀ ਹੈ। ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰ ਰਹੇ ਹੋ। ਆਪ ਜੇਕਰ ਔਗਣਾਂ ਦੇ ਵਿੱਚ ਗਤੀ ਕਰ ਰਹੇ ਜੋ ਤੇ ਇਹਦਾ ਮਤਲਬ ਹੈ ਕਿ ਭਾਵੇਂ ਤੁਸੀਂ ਜੋ ਮਰਜ਼ੀ ਕਰ ਰਹੇ ਜੋ, ਅੰਦਰ ਗੜਬੜ ਆ, ਅੰਦਰ ਬੁਖਾਰ ਹੈਗਾ ਤੇ ਉਹ ਪ੍ਰਗਟ ਕਰ ਰਹੀ ਹੈ ਪ੍ਰਕਿਰਤੀ। ਕਿਉਂਕਿ ਪ੍ਰਕਿਰਤੀ ਕੀ ਕਰਦੀ ਆ, ਪ੍ਰਕਿਰਤੀ ਸਾਨੂੰ ਕੁਝ ਕਹਿੰਦੀ ਥੋੜੀ ਆ। ਪ੍ਰਕਿਰਤੀ ਇੱਕ ਥਰਮਾਮੀਟਰ ਹੈ। ਜਿੱਦਾਂ ਦੇ ਲੋਕਾਂ 'ਚ ਆਪਾਂ ਸੰਪਰਕ ਚ ਆਉਂਦੇ ਹਾਂ ਜਾਂ ਸਾਡੀਆਂ ਇੰਦਰੀਆਂ ਦੇ ਸਾਹਮਣੇ ਕੋਈ ਚੀਜ਼ ਆਉਂਦੀ ਹੈ, ਜੇਕਰ ਸਾਡੀਆਂ ਇੰਦਰੀਆਂ ਉਧਰ ਗਤੀ ਕਰਦੀਆਂ ਨੇ ਤੇ ਇਹਦਾ ਮਤਲਬ ਉਹ ਚੀਜ਼ ਸਾਡੇ ਅੰਦਰ ਹੈਗੀ ਆ। ਉਹ ਚੀਜ਼ ਬਹੁਤ ਗਹਿਰੇ ਤਲ ਤੇ ਹੈ ਸਾਡੇ ਅੰਦਰ, ਤੁਸੀਂ ਰੋਕ ਥੋੜੀ ਸਕਦੇ। ਚਾਹੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਆਪ ਉਹ ਚੀਜ਼ ਨੂੰ ਫੀਲ ਕਰ ਰਹੇ ਜੋ ਤੇ ਇਹਦਾ ਮਤਲਬ ਕਿ ਕਿਸੇ ਵੀ ਤੁਹਾਡੇ ਅੰਦਰ ਜਿਹੜਾ ਕੋਨਾ ਵਾ ਉੱਥੇ ਉਹ ਚੀਜ਼ਾਂ ਦੇ ਬੀਜ ਹੈਗੇ ਨੇ। ਤਾਂ ਹੀ ਉਹ ਪ੍ਰਕਿਰਤੀ ਕੀ ਕਰ ਰਹੀ ਆ, ਉਹਨੂੰ ਪ੍ਰਗਟ ਕਰ ਰਹੀ ਹੈ। ਹੁਣ ਇਹਦੇ ਵਿੱਚ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਕਬੀਰ ਜੀ ਕਹਿੰਦੇ ਕਿ ਜਿਹੜੇ ਦਰਵਾਜ਼ੇ ਮੈਂ ਬੰਦ ਕਰ ਲਏ, ਕਿੱਥੋਂ ਪਤਾ ਲੱਗਾ? ਸੰਗਤ ਤੋਂ ਪਤਾ ਲੱਗਾ। ਹੁਣ ਬੰਦ ਕਰਨ ਦਾ ਤਰੀਕਾ ਪਤਾ, ਕੋਈ ਦਰਵਾਜ਼ੇ ਥੋੜੀ ਆਪਾਂ ਜਿਹੜੇ ਬੰਦ ਕਰਨਾ। ਆਪਾਂ ਤਾਂ ਦੁਨੀਆ ਦੇ ਵਿੱਚ ਰਹਿਣਾ ਹੈ, ਚੱਲਣਾ ਵੀ ਹੈ, ਬਾਜ਼ਾਰ 'ਚ ਆਵਾਜ਼ ਬੰਦ ਹੋ ਗਈ। ਸੋ ਇੱਥੇ ਆਪਾਂ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜਦੋਂ ਵੀ ਤੁਸੀਂ ਧਿਆਨ ਕੀਤਾ ਤੁਹਾਡਾ ਮਨ ਸ਼ਾਂਤ ਹੋਵੇਗਾ, ਚਿੱਤ ਸ਼ਾਂਤ ਹੋਵੇਗਾ। ਚਿੱਤ ਸ਼ਾਂਤ ਨਾ ਹੋਣ ਦੇ ਨਾਲ ਕੀ ਹੋਵੇਗਾ, ਤੁਹਾਡੇ ਜੀਵਨ ਦੇ ਵਿੱਚ ਆਪਣੇ ਆਪ ਹੀ ਇਨਕਲਾਬ ਹੋ ਜਾਣਾ। ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਉਦਾਂ ਜੇਕਰ ਤੁਸੀਂ ਜ਼ਬਰਦਸਤੀ ਚੰਗਾ ਬਣਨ ਦੀ ਕੋਸ਼ਿਸ਼ ਵੀ ਕਰੋਗੇ ਨਾ, ਉਹਦਾ ਫਾਇਦਾ ਨਹੀਂ ਹੈਗਾ ਜੀ। ਕਿਉਂ ਨਹੀਂ? ਕਿਉਂਕਿ ਉਹ ਤੁਹਾਡੇ ਅੰਦਰੋਂ ਪੈਦਾ ਨਹੀਂ ਹੋਇਆ। ਆਪ ਜਸਟ ਦੇਖੋ, ਰੁੱਖ ਨੂੰ ਫਲ ਲੱਗਦਾ ਵਾ, ਉਹ ਫੁੱਲ ਜਾਂ ਫਲ ਉਹ ਰੁੱਖ ਦੇ ਅੰਦਰ ਨੇ, ਉੱਥੋਂ ਆਉਂਦੇ ਨੇ ਤੇ ਉਹ ਪ੍ਰਗਟ ਹੁੰਦੇ ਨੇ। ਇਸੇ ਹੀ ਤਰ੍ਹਾਂ ਜਿਹੜੀ ਚੰਗਿਆਈ ਹੈ ਸਾਡੀ, ਉਹ ਸਾਡੇ ਅੰਦਰੋਂ ਪੈਦਾ ਹੋਣੀ ਚਾਹੀਦੀ ਹੈ। ਜੇਕਰ ਅਸੀਂ ਸਾਧ ਲਈਏ ਨਾ, ਇਹਦਾ ਮਤਲਬ ਕਈ ਲੋਕ ਬਾਹਰੋਂ ਕੱਪੜੇ ਚੇਂਜ ਕਰਕੇ ਆਪਣੇ ਆਪ ਨੂੰ ਧਾਰਮਿਕ ਤੇ ਬਣਾ ਲੈਂਦੇ ਨੇ, ਪਰ ਮੈਂ ਨਹੀਂ ਕਹਿੰਦਾ ਕਿ ਕੱਪੜੇ ਪਾ ਸਕਦੇ, ਕੋਈ ਵੀ ਬੰਦਾ ਪਾ ਸਕਦਾ ਹੈ। ਪਰ ਜੇਕਰ ਅਸੀਂ ਸੋਚੀਏ ਕਿ ਸਾਡੇ ਅੰਦਰ ਉਹ ਕੱਪੜੇ ਪਾਉਣ ਦੇ ਨਾਲ ਚੰਗੇ ਗੁਣ ਆ ਜਾਣਗੇ, ਤੇ ਅਸੀਂ ਇੱਕ ਭਰਮ 'ਚ ਬੈਠੇ ਹਾਂ, ਵਹਿਮ 'ਚ ਬੈਠੇ।
ਇਹ ਬਾਈ ਪ੍ਰੋਡਕਟ ਆ, ਆਟੋਮੈਟਿਕਲੀ ਜੀਵਨ ਉੱਚਾ ਹੋ ਜਾਏਗਾ। ਤੁਸੀਂ ਕੇਵਲ ਬੰਦਗੀ ਕਰਨੀ ਹੈ। ਇਹ ਜਿਹੜੀ ਚੇਤਨਾ ਥੱਲੇ ਬੈਠੀ ਹੈ, ਇਹਨੇ ਪ੍ਰਗਟ ਹੋ ਕੇ ਜਿਵੇਂ ਜਿਵੇਂ ਉੱਪਰ ਨੂੰ ਗਤੀ ਕੀਤੀ, ਔਗਣ ਤੇ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਏ। ਠੀਕ ਹੈ ਜੀ, ਅੱਜ ਦੀ ਵਿਚਾਰ ਗਿੱਲ ਸਾਹਿਬ ਇੱਥੇ ਸਮਾਪਤ ਕਰੀਏ। ਠੀਕ ਹੈ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਸਾਧ ਸੰਗਤ ਕੋਲੋਂ ਸਰਵਣ ਕਰਦਿਆਂ ਵੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਪਿਤਾ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਆਪ ਤੇ ਨਿਰੋਗਤਾ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਆਪਣਾ ਨਾਮਦਾਨ ਬਖਸ਼ਣਾ। ਮੇਰੇ ਪਿਤਾ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ